ਅਸੀਂ ਕਹਿੰਦੇ ਹਾਂ ਕਿ ਸਾਨੂੰ ਤਾਂ ਤਨਖਾਹ ਫਿਕਸਡ ਮਿਲੇ, ਸਾਨੂੰ ਤਾਂ ਅਗਲੇ ਜਿਹੜੇ 10 ਸਾਲ ਦੇ ਬੈਨੀਫਿਟਸ ਮਿਲਣੇ ਉਹ ਵੀ ਸਾਨੂੰ ਅਸ਼ੋਰਡ ਹੋ ਜਾਣ ਹੁਣੀ, ਲੇਕਿਨ ਕਿਸਾਨ ਨੂੰ ਕਹਿੰਦੇ ਆ ਕਿ ਮਾਰਕੀਟ ਤੇ ਡਿਪੈਂਡੈਂਟ ਹੈ। ਦੁਨੀਆ ਵਿੱਚ ਕਿਸੇ ਵੀ ਦੇਸ਼ ਵਿੱਚ ਮਾਰਕੀਟਸ ਨੇ ਕਿਸਾਨਾਂ ਦੀ ਮਦਦ ਨਹੀਂ ਕੀਤੀ ਕਿ ਤੁਸੀਂ ਪ੍ਰੋਡਕਟਿਵਿਟੀ बढ़ाई जाओ, लेकिन जब तक तुसी प्राइस की गल नहीं करते है द सिस्टम इज़ नॉट गोइंग टू वर्क। पंजाब इज़ ए क्लासिक एग्जाम्पल। साढ़े कोल 11 टन प्रति हैक्टेयर 11 टन प्रति हैक्टेयर साढ़े कोल पैदावार होंदी है वीट और पैडी की हर साल। उसके बावजूद भी पंजाब हैज़ बिकम ए हॉट स्पॉट ऑफ फार्मर सुसाइड्स। टुडे द वर्ल्ड हैज़ 8 बिलियन पीपल। द वर्ल्ड प्रोड्यूसेस फूड फॉर 14 बिलियन पीपल। ऑलरेडी जो साडी प्रोजेक्शन हैगी है बाय द एंड ऑफ दिस सेंचुरी, वो ऑलरेडी वी आर प्रोड्यूसिंग मोर फूड दैन वॉट द प्रोजेक्शन ऑफ द पॉपुलेशन वुड बी बाय द एंड ऑफ दिस सेंचुरी। क्राइसिस कित्थे हैगा फिर फूड का? 2050 ਵਿੱਚ ਸਾਡੇ ਹਿੰਦੁਸਤਾਨ 'ਚ ਇਹ ਹੋਏਗਾ, 2030 ਵਿੱਚ ਇੰਨਾ ਹੋ ਜਾਏਗਾ। ਆਲ ਦਿਸ ਡਾਟਾ ਮੈਂ ਇੰਨੇ ਸਾਲਾਂ ਤੋਂ ਪੜ੍ਹਦਾ ਆ ਰਿਹਾ ਹੈਗਾ ਐਂਡ ਵੀ ਆਰ ਬੀਇੰਗ ਮੇਡ ਟੂ ਬਿਲੀਵ ਕਿ ਸਾਡੇ 'ਚ ਪੈਦਾਵਾਰ ਨਹੀਂ ਹੁੰਦੀ ਸਾਡੇ ਦੇਸ਼ ਵਿੱਚ। ਮੇਰਾ ਇਹ ਕਹਿਣਾ ਕਿ ਨਹੀਂ, ਪੈਦਾਵਾਰ ਜਿਹੜੀ ਹੁੰਦੀ ਹੈ ਉਨੀ ਬਹੁਤ ਹੈ ਜੇ ਤੁਸੀਂ ਉਹਨੂੰ ਇਨਕਮ ਤਾਂ ਦੇ ਦਿਓ ਕਿਸਾਨ ਨੂੰ, ਉਹ ਤੁਹਾਨੂੰ ਬਾਕੀ ਵੀ ਕਰਕੇ ਦਿਖਾ ਦੇਗਾ। ਬਟ ਯੂ ਡੋਂਟ ਵਾਂਟ ਟੂ ਪੇ ਹਿਮ ਐਨ ਇਨਕਮ ਐਂਡ ਯੂ ਥਿੰਕ ਕਿ ਉਹਦਾ ਸੋਲੂਸ਼ਨ ਜਿਹੜਾ ਹੈਗਾ ਪ੍ਰੋਡਕਟਿਵਿਟੀ ਵੱਲ ਨਿਕਲ ਆਏਗਾ। ਇਹ ਨੈਰੇਟਿਵ ਵੀ ਇੰਡਸਟਰੀ ਨੇ ਬਣਾਇਆ ਸੀ। ਟੀਵ ਦੀ ਰਿਪੋਰਟ ਅਪ੍ਰੈਲ ਵਿੱਚ ਆਉਂਦੀ ਹੈ ਔਰ ਉਹ ਕਹਿੰਦੀ ਹੈ ਕਿ ਦੁਨੀਆ ਦੀ ਇੰਡਸਟਰੀ ਨੂੰ ਜਿਹੜੀ ਫ੍ਰੀਬੀ ਦਿੱਤੀ ਗਈ ਹੈਗੀ ਹੈ ਦੈਟ ਇਜ਼ 7.3 ਟ੍ਰਿਲੀਅਨ ਡਾਲਰਸ ਏ ਈਅਰ। 7.3 ਟ੍ਰਿਲੀਅਨ ਡਾਲਰਸ ਦੇ ਅਸੀਂ ਉਹਨਾਂ ਨੂੰ ਨੈਚੁਰਲ ਰਿਸੋਰਸਿਸ ਫ੍ਰੀ ਆਫ ਕਾਸਟ ਦੇ ਰਹੇ ਹਾਂ। ਅਗਰ ਇਹ ਵਿਡਰਾਅ ਕੀਤਾ ਜਾਏ ਤਾਂ ਜਿੰਨਾ ਵੀ ਪ੍ਰੋਫਿਟ ਤੁਸੀਂ ਦੇਖਦੇ ਹੋ ਕਾਰਪੋਰੇਟ ਦਾ ਹੈਗਾ ਉਹ ਕੋਲੈਪਸ ਕਰ ਜਾਂਦਾ ਹੈ। ਉਹ ਜਿਹੜਾ 7.3 ਟ੍ਰਿਲੀਅਨ ਡਾਲਰ ਹੈਗਾ ਜਿਹੜਾ ਜਾ ਰਿਹਾ ਉਹਨਾਂ ਕੋਲ ਕੰਪਨੀਆਂ ਕੋਲ, ਉਹ ਅਸੀਂ ਤੁਸੀਂ ਨੇ ਕਦੀ ਸਵਾਲ ਨਹੀਂ ਕੀਤਾ, ਕਿਉਂਕਿ ਦੈਟ ਇਜ਼ ਬੇਸਿਕਲੀ ਆਵਰ ਰਿਸੋਰਸ, ਦੈਟ ਇਜ਼ ਬੇਸਿਕਲੀ ਪੀਪਲਸ ਰਿਸੋਰਸ ਜੋ ਉਹਨਾਂ ਨੂੰ ਦਿੱਤਾ ਜਾ ਰਿਹਾ ਹੈਗਾ। ਚੌਧਰੀ ਚਰਨ ਸਿੰਘ ਕਹਿੰਦੇ ਸੀ ਕਿਸਾਨਾਂ ਵਾਸਤੇ, ਉਹ ਕਹਿੰਦੇ ਸੀ ਕਿ ਵੀ ਇੱਕ ਅੱਖ ਜਿਹੜੀ ਹੈਗੀ ਆ ਆਪਣੇ ਹੱਲ ਤੇ ਰੱਖ ਤਾਂ ਦੂਜੀ ਅੱਖ ਦਿੱਲੀ ਤੇ ਰੱਖ। ਉਹ ਜ਼ਮਾਨਾ ਸੀਗਾ ਜਦ ਦਿੱਲੀ ਵਾਜ਼ ਇੰਪੋਰਟੈਂਟ। ਹੁਣ ਤਾਂ ਵਾਸ਼ਿੰਗਟਨ ਤੇ ਵੀ ਤੁਹਾਨੂੰ ਤੀਸਰੀ ਅੱਖ ਰੱਖਣੀ ਪਏਗੀ। My dear distinguished panelists, ladies, gentlemen and बच्चे तो चले गए मन लगता है, but anyway I think आज का दिन जड़ा हैगा बहुत इंपॉर्टेंट है because I am sure we all would agree कि this is a topic which or a subject or an issue जो हर एक नो मैटर करता है, इफेक्ट करता है, and we all have to play our own little role that we can। ਔਰ ਸਮਾਜ ਜਿਹੜਾ ਹੈ ਸਚੇਤ ਦਾ ਤਾਂ ਹੀ ਹੈ ਜਦ ਅਸੀਂ ਸ਼ੁਰੂਆਤ ਕਿਤੇ ਕਰਦੇ ਹੈਗੇ ਹਾਂ। ਔਰ ਇਹ ਸੋਚ ਕੇ ਮੈਂ ਜਿਸ ਤਰ੍ਹਾਂ ਪਹਿਲੇ ਵੀ ਕਹਿ ਰਿਹਾ ਸੀਗਾ, ਆਪਾਂ ਨੂੰ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਅਗਰ ਇਸ ਹਾਲ 'ਚ ਵੀ ਥੋੜ੍ਹੇ ਲੋਕ ਬੈਠੇ ਹੋਏ ਹੈਗੇ ਆ ਤਾਂ ਇਹਦਾ ਮਤਲਬ ਹੈ ਕਿ ਲੋਕਾਂ ਦਾ ਜਿਹੜਾ ਰੁਝਾਵ ਹੈ ਇਸ ਤਰਫ ਨਹੀਂ ਹੈ। ਮੇਰਾ ਮੰਨਣਾ ਹੈ ਕਿ ਵੀ ਜਿਹੜੀ ਵੀ ਦੁਨੀਆ ਵਿੱਚ ਵੀ ਬੜੀ ਮੂਵਮੈਂਟਸ ਅਲਟੀਮੇਟਲੀ ਹੋਈਆਂ ਹੈਗੀਆਂ ਉਹਨਾਂ ਦੀ ਸ਼ੁਰੂਆਤ ਥੋੜ੍ਹੇ ਲੋਕ ਚੰਦ ਲੋਕ ਹੀ ਕਰਦੇ ਹੈਗੇ ਹੈ। ਔਰ ਆਪਾਂ ਜਿਹੜਾ ਐਫਰਟ ਕਰ ਰਹੇ ਹਾਂ ਇਟ ਵਿਲ ਡੈਫੀਨੇਟਲੀ ਗੋ ਏ ਲੌਂਗ ਵੇ, ਕਿਉਂਕਿ ਜਿੰਨੇ ਕੁ ਸਾਲਾਂ ਤੋਂ ਮੈਂ ਜਾਣਦਾ ਹੈਗਾ ਪੰਜਾਬ ਵਿੱਚ ਰਹਿਣਾ ਆਇਆ ਹੈ, ਇਹ ਵਾਟਰ 'ਤੇ ਘੱਟ ਥੋੜ੍ਹਾ ਜਿਹਾ ਇਸ਼ੂ, ਕੰਟੈਮੀਨੇਸ਼ਨ 'ਤੇ ਪੋਲਿਊਸ਼ਨ 'ਤੇ ਘੱਟ ਡਿਸਕਸ਼ਨ ਹੁੰਦੇ ਸੀਗੇ। ਹੁਣ ਇਟ ਇਜ਼ ਸੱਚ ਏ ਹਾਰਟਨਿੰਗ ਥਿੰਗ ਟੂ ਸੀ ਦੀ Public Action Committee and the Buddha Nala Action Forum jointly making an effort to bring it up और इस गल ਨੂੰ ਸਮਝਣ ਦੇ ਬੜੇ ਪ੍ਰਯਾਸ ਹੋ ਰਹੇ ਹੈਗੇ। ਅੱਜ ਸਰ ਆਪਣੇ ਸੈਸ਼ਨਸ ਵਿੱਚ ਮੈਂ ਦੇਖ ਰਿਹਾ ਕਿ ਬਹੁਤ ਸਾਰੇ ਸਪੀਕਰਸ ਆਪਣੇ ਪੋਲਿਊਸ਼ਨ ਤੇ ਕੰਟੈਮੀਨੇਸ਼ਨ ਤੇ ਇਹਨਾਂ ਐਸਪੈਕਟਸ ਤੇ ਫੋਕਸ ਕਰਨਗੇ, ਤਾਂ ਆਈ ਡੋਂਟ ਥਿੰਕ ਆਈ ਹੈਵ ਟੂ ਗੋ ਇਨਟੂ ਦੈਟ। ਲੇਕਿਨ ਜੋ ਮੇਰੇ ਵਾਸਤੇ ਟੌਪਿਕ ਤੁਸੀਂ ਮੇਰੇ ਵਾਸਤੇ ਸੁਜੈਸਟ ਕੀਤਾ ਹੈਗਾ ਬੇਸਿਕਲੀ ਵਾਟਰ ਇਨ ਰਿਲੇਸ਼ਨ ਟੂ ਐਗਰੀਕਲਚਰ, ਫੂਡ ਐਂਡ ਐਗਰੀਕਲਚਰ, ਇਸ ਕਰਕੇ ਵੀ ਇੰਪੋਰਟੈਂਟ ਹੈ ਕਿਉਂਕਿ ਇੱਕ ਜਿਹੜੀ ਬਹਿਸ ਦੇਸ਼ ਵਿੱਚ ਚੱਲਦੀ ਹੈ ਉਹ ਪੰਜਾਬ ਦੇ ਕੌਂਟੈਕਸਟ ਵਿੱਚ ਦੇਖਦੇ ਹਾਂ ਤਾਂ ਸਾਰਾ ਦੇਸ਼ ਇੱਕੋ ਹੀ ਚੀਜ਼ ਦੀ ਗੱਲ ਕਰਦਾ ਹੈ ਕਿ ਪੈਡੀ ਦੇ ਫਾਰਮਰਸ ਨੇ ਬਿਕੋਜ਼ ਆਫ ਵੀਟ ਐਂਡ ਪੈਡੀ ਕ੍ਰੌਪ ਰੋਟੇਸ਼ਨ ਅਸੀਂ ਪੰਜਾਬ ਦਾ ਜਿਹੜਾ ਹੈਗਾ ਇੱਕ ਰੇਗਿਸਤਾਨ ਬਣਾਉਣ ਤਰਫ ਚੱਲੇ ਹੈਗੇ ਆ। ਬਹੁਤ ਸਾਰੀ ਸਟੱਡੀਜ਼ ਵੀ ਤੇ ਹੋ ਚੁੱਕੀਆਂ ਹੈਗੀਆਂ, ਸੈਟੇਲਾਈਟ ਦੇ ਇਮੇਜਸ ਵੀ ਹੈ, ਫਿਊਚਰ ਦੀ ਸਟੱਡੀਜ਼ ਵੀ ਹੈਗੀ, ਪ੍ਰੋਜੈਕਸ਼ਨਸ ਵੀ ਹੈਗੇ, ਆਲ ਦੋਜ਼ ਥਿੰਗਸ ਆਪਾਂ ਸਭ ਜਾਣਦੇ ਹੀ ਹੈਗੇ ਆ। ਬਟ ਆਈ ਜਸਟ ਵਾਂਟ ਟੂ ਪ੍ਰੈਜ਼ੈਂਟ ਟੂ ਥਿੰਗਸ ਬਿਫੋਰ ਯੂ, ਜਸਟ ਟੂ ਸਿਨਾਰੀਓਜ਼ ਐਂਡ ਦੈਨ ਆਈ ਥਿੰਕ ਵੀ ਟੇਕ ਆਫ ਫਰੋਮ ਦੇਅਰ ਕਿ ਅੱਗੇ ਆਪਾਂ ਕਿਸ ਤਰਫ ਚੱਲਣਾ ਚਾਹੁੰਦੇ ਹਾਂ ਜਾਂ ਕੀ ਹੋਣਾ ਚਾਹੀਦਾ ਜਾਂ ਕਿਸ ਤਰਫ ਅਸੀਂ ਲੀਡ ਕਰ ਰਹੇ ਹਾਂ, ਉਹਦਾ ਇੰਪਲੀਕੇਸ਼ਨ ਆਉਣ ਵਾਲੇ ਸਾਲਾਂ ਵਿੱਚ ਕੀ ਹੋਏਗਾ। ਵਾਈ ਆਈ ਐਮ ਸੇਇੰਗ ਦਿਸ ਇਜ਼ ਕਿ ਕੁਝ ਸਾਲ ਪਹਿਲੇ ਮੈਨੂੰ ਇੱਕ ਮੌਕਾ ਮਿਲਿਆ ਦਿੱਲੀ ਵਿੱਚ ਇੱਕ ਡਿਬੇਟ 'ਚ ਪਾਰਟਿਸਿਪੇਟ ਕਰਨ ਦਾ। ਉੱਥੇ ਇੱਕ ਬੜੀ ਮਲਟੀਨੈਸ਼ਨਲ ਕੰਪਨੀ ਹੈ ਹਿੰਦੁਸਤਾਨ ਦੀ ITC,
ਉਹਨਾਂ ਦੇ ਜਨਰਲ ਮੈਨੇਜਰ ਸੀਗੇ ਔਰ ਮੈਂ ਸੀਗਾ। ਉਹ ਜਨਰਲ ਮੈਨੇਜਰ ਸਾਹਿਬ ਨੇ ਆਪਣੀ ਪ੍ਰੈਜੈਂਟੇਸ਼ਨ 'ਚ ਕਿਹਾ ਕਿ ਪਾਣੀ ਸੱਚੇ ਇਸ਼ੂ, ਸਮਾਜ 'ਚ ਲੜਾਈਆਂ ਹੋਣਗੀਆਂ, ਥਰਡ ਵਾਰ ਵੁੱਡ ਬੀ ਔਨ ਵਾਟਰਸ, ਸਾਡਾ ਸਭ ਦਾ ਕਰਤੱਵ ਹੈਗਾ ਕਿ ਅਸੀਂ ਪਾਣੀ ਬਚਾਈਏ। ਵੈਰੀ ਵੈਲ ਸੈਡ। ਫਿਰ ਉਹਨਾਂ ਨੇ ਕਿਹਾ ਕਿ ਬਈ ITC ਇਸ ਗੱਲ ਨੂੰ ਸਮਝਦੇ ਹੋਏ ਇੱਕ ਉਹਨਾਂ ਨੇ ਇੱਕ ਅੰਡਰ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਿਟੀ ਇੱਕ ਪ੍ਰੋਗਰਾਮ ਲਾਂਚ ਕੀਤਾ ਹੈ ਗੁੜਗਾਂਵ ਵਿੱਚ ਕਿ ਜਿਹੜੀਆਂ ਘਰ 'ਚ ਹੈਲਪਰ ਆਉਂਦੀਆਂ ਨਾ, ਜਿਹੜੀਆਂ ਲੇਡੀਜ਼ ਜਾਂ ਮੇਡ ਸਰਵੈਂਟਸ ਆਉਂਦੀਆਂ ਹੈਗੀਆਂ, ਉਹ ਜਦ ਭਾਂਡੇ ਮਾਂਜਦੀਆਂ ਹੈਗੀਆਂ ਤਾਂ ਉਹ 'ਚ ਪਾਣੀ ਨਾ ਵੇਸਟ ਕਰਨ। ਆਈ ਵਾਜ਼ ਵੈਰੀ ਅਮਿਊਜ਼ਡ ਕਿ ਤੁਸੀਂ ਇੰਨਾ ਐਫਰਟ ਕਰ ਰਹੇ ਹੋਗੇ ਕਿ ਤੁਸੀਂ ਉਹਨਾਂ ਨੂੰ ਸਿਖਾ ਰਹੇ ਹੋ ਕਿ ਬਈ ਤੁਸੀਂ ਬਾਲਟੀ ਪਾਣੀ ਅਗਰ ਯੂਜ਼ ਕਰਦੇ ਹੋ ਉਹ 'ਚ ਬਚਾਓ ਤਾਂ ਕਿ ਤੁਹਾਡਾ ਇੱਕ ਮੱਗ ਬਚ ਜਾਏਗਾ ਤਾਂ ਕਿੰਨੀ ਬੜੀ ਸੇਵਿੰਗ ਹੋਏਗੀ। ਐਂਡ ਆਈ ਥਿੰਕ ਐਵਰੀਬੋਡੀ ਦੇਰ ਵਾਜ਼ ਅ ਹਿਊਜ ਰਾਊਂਡ ਆਫ ਅਪਲੌਜ਼ ਇਨ ਦੈਟ ਹਾਲ ਜਦ ਉਹਨਾਂ ਨੇ ਕਿਹਾ ਕਿ ਅਸੀਂ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਿਟੀ ਵਿੱਚ ਅਸੀਂ ਇਹ ਗੱਲ ਕਰ ਰਹੇ ਹਾਂ। ਅਤੇ ਮੈਨੂੰ ਬੋਲਣਾ ਮੌਕਾ ਮਿਲਿਆ ਤਾਂ ਮੈਂ ਕਿਹਾ ਕਿ ਮੈਂ ਤਾਂ ਬੜਾ ਹੈਰਾਨ ਹਾਂ ਕਿ ਤੁਸੀਂ ਮਤਲਬ ਇੱਕ ਟ੍ਰੈਡੀਸ਼ਨਲ ਜਿਹੜੇ ਲੋਕੀ ਆਪਣੇ ਭਾਂਡੇ ਮਾਂਜਦੇ ਆ ਰਹੇ ਇੰਨੇ ਦਿਨਾਂ ਤੋਂ, ਉਹਨਾਂ ਨੂੰ ਤੁਸੀਂ ਸਿਖਾਉਣ ਜਾ ਰਹੇ ਹੋ ਕਿ ਤੁਸੀਂ ਇੱਕ ਮੱਗ ਪਾਣੀ ਕਿਸ ਤਰ੍ਹਾਂ ਬਚਾਉਣਾ ਹੈਗਾ, ਔਰ ਉਹ ਸਿਖਾਉਣ ਜਾ ਰਹੀ ਹੈ ਜਿਨ੍ਹਾਂ ਦਾ ਆਪਣਾ ਪਾਣੀ ਦਾ ਜਿਹੜਾ ਵੇਸਟੇਜ ਹੈਗਾ 5 ਸਟਾਰ ਹੋਟਲ 'ਚ, ਉਹਦਾ ਤਾਂ ਕੋਈ ਮੁਕਾਬਲਾ ਹੀ ਨਹੀਂ, ਉਹਦੀ ਗੱਲ ਹੀ ਨਹੀਂ ਕਰਦੇ। ਆਫਟਰ ਆਲ ਜਿਹੜੇ ਇੰਨੇ ਬੜੇ ਬੜੇ ਟੱਬ ਲੱਗੇ ਹੁੰਦੇ ਆ ਉਹ ਕਿਸ ਵਾਸਤੇ ਲੱਗੇ ਹੁੰਦੇ ਆ? ਉੱਥੇ ਕਦੀ ਤੁਸੀਂ ਗੱਲ ਕੀਤੀ ਕਿ ਆਪਣਾ ਇੱਕ ਮੱਗ ਹੀ ਬਚਾ ਲਓ ਜਾਂ ਇੱਕ ਬਾਲਟੀ ਬਚਾ ਲਓ? ਇਹ ਤਾਂ ਗੱਲ ਕਦੀ ਨਹੀਂ ਹੁੰਦੀ। ਗਰੀਬ ਆਦਮੀ 'ਤੇ ਕਿਉਂ ਆਪਾਂ ਹਰ ਵਾਰੀ ਫੋਕਸ ਕਰਦੇ ਹਾਂ ਕਿ ਇਹੀ ਰਿਸਪੌਂਸੀਬਲ ਹੈਗਾ ਸਾਰੇ ਕ੍ਰਾਈਸਿਸ ਵਾਸਤੇ? ਆਈ ਥਿੰਕ ਦੀ ਮੈਸੇਜ ਜੋ ਮੈਂ ਕਨਵੇ ਕਰਨਾ ਚਾਹੁੰਦਾ ਹਾਂ ਕਿ ਸਾਡੇ ਇੱਕ ਫੈਸ਼ਨ ਬਣ ਗਿਆ ਹੈ ਜਾਂ ਸੋਚ ਵਿੱਚ ਕਿਤੇ ਆ ਗਿਆ ਕਿ ਹਰ ਚੀਜ਼ ਜਿਹੜੀ ਹੈਗੀ ਹੈ ਪ੍ਰੋਬਲਮ ਹੈਗੀ ਉਹਦਾ ਸੋਲੂਸ਼ਨ ਕੌਣ ਹੈ? ਗਰੀਬ ਆਦਮੀ ਕਰ ਸਕਦਾ, ਉਹਨੂੰ ਠੀਕ ਕਰ ਸਕਦਾ ਹੈਗਾ। ਹੁਣ ਤੁਸੀਂ ਇਹ ਤੁਹਾਡੇ ਸਾਹਮਣੇ ਇੱਕ ਬੜਾ ਕਲੀਅਰ ਮੈਸੇਜ ਹੈ ਕਿ ਤੁਸੀਂ ਬਲੇਮ ਕਰਤਾ ਜਾਂ ਸਿਸਟਮ ਨੇ ਬਲੇਮ ਕਰਤਾ ਕਿ ਵੀ ਉਹ ਜਿਹੜੇ ਬਰਤਨ ਮਾਂਜਣ ਵਾਲੀ ਹੈਗੀ ਆ, ਅਗਰ ਉਹ ਆਪਣਾ ਇਨੀਸ਼ੀਏਟਿਵ ਲਏ ਤਾਂ ਪਾਣੀ ਬਚਾਅ ਹੋ ਸਕਦਾ ਹੈਗਾ। ਮੈਂ ਕਾਨਫਰੰਸ ਗਿਆ ਯੂਨਾਈਟਿਡ ਨੇਸ਼ਨਸ ਦੀ ਕਾਨਫਰੰਸ ਵਿੱਚ, ਉੱਥੇ ਉਹਨਾਂ ਦੇ ਡਾਇਰੈਕਟਰ ਜਨਰਲ UNSCC ਦੇ ਬੋਲਦੇ ਹੈ ਕਿ 97% ਆਫ ਪੈਡੀ ਇਜ਼ ਗਰੋਨ ਇਨ ਏਸ਼ੀਆ, ਲੇਕਿਨ ਪੈਡੀ ਇਜ਼ ਵਾਟਰ ਗਜ਼ਲਰ, ਇਹ ਆਪਾਂ ਸਭ ਜਾਣਦੇ ਹਾਂ। ਉਹਨਾਂ ਦੀ ਐਵਰੇਜ ਜਿਹੜੀ ਹੈਗੀ ਆ ਉਹ 5000 ਲੀਟਰ ਟੂ ਪ੍ਰੋਡਿਊਸ 1 ਕਿਲੋ ਆਫ ਰਾਈਸ। ਇਹ ਵੀ ਆਪਾਂ ਸਭ ਸਟੱਡੀਜ਼ ਜਾਣਦੇ ਹੈਗੇ ਹਾਂ, ਹਾਲਾਂਕਿ ਬਹੁਤ ਜਗ੍ਹਾ ਘੱਟ ਹੈਗਾ, ਲੇਕਿਨ ਐਨੀਵੇ 5000 ਲੀਟਰ ਦੀ ਗੱਲ ਕਰਦੇ ਆ। ਤਾਂ ਉਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਅਸੀਂ ਇਸ ਕੰਜ਼ੰਪਸ਼ਨ ਨੂੰ, ਜਿਹੜਾ ਵਾਟਰ ਯੂਜ਼ ਐਂਡ ਅਬਿਊਜ਼ ਦੋਨੋਂ ਹੈਗੇ ਆ, ਉਹਨੂੰ ਕੰਟਰੋਲ ਨਹੀਂ ਕਰਾਂਗੇ, ਔਰ ਇਹ ਵੀ ਉਹਨਾਂ ਨੇ ਐਕਨੋਲੇਜ ਕੀਤਾ ਕਿ ਦੀ ਪਲੈਨਟ ਇਜ਼ ਵਨ, ਦੀ ਪਲੈਨਟ ਇਜ਼ ਵਨ। ਸੋ ਇਹ ਨਹੀਂ ਕਿ ਅਸੀਂ ਅਮਰੀਕਾ 'ਚ ਬੈਠੇ ਹਾਂ ਤਾਂ ਅਸੀਂ ਬੋਦਰ ਨਾ ਕਰੀਏ ਕਿ ਏਸ਼ੀਆ ਵਿੱਚ ਕੀ ਹੋ ਰਿਹਾ ਹੈਗਾ। ਇਨ ਮਾਈ ਪ੍ਰੈਜੈਂਟੇਸ਼ਨ ਆਈ ਟੋਲਡ ਦੀ ਡਾਇਰੈਕਟਰ ਜਨਰਲ ਕਿ ਆਈ ਐਮ ਸੋ ਹੈਪੀ ਕਿ ਤੁਸੀਂ ਪਹਿਲੀ ਵਾਰੀ ਐਕਨੋਲੇਜ ਤਾਂ ਕੀਤਾ ਕਿ ਪਲੈਨਟ ਇਜ਼ ਵਨ। ਤੁਸੀਂ ਅੱਜ ਤੱਕ ਤਾਂ ਇਹੀ ਮੰਨਦੇ ਆ ਰਹੇ ਸੀ ਕਿ ਪਲੈਨਟ ਤਾਂ ਦੋ ਹਿੱਸਿਆਂ 'ਚ ਹੈਗਾ, ਇੱਕ ਨਾਰਥ ਔਰ ਇੱਕ ਸਾਊਥ, ਇੱਕ ਫੂਡ ਪ੍ਰੋਵਾਈਡ ਕਰਦਾ, ਇੱਕ ਫੂਡ ਰਿਸੀਵ ਕਰਦਾ ਹੈਗਾ ਜਾਂ ਕਟੋਰਾ ਲੈ ਕੇ ਖੜਾ ਹੁੰਦਾ ਹੈਗਾ। ਤੁਸੀਂ ਤਾਂ ਅੱਜ ਤੱਕ ਇਸ ਤਰ੍ਹਾਂ ਡਿਵਾਈਡ ਕਰਦੇ ਆਏ, ਔਰ ਅੱਜ ਤੁਸੀਂ ਕਹਿ ਰਹੇ ਹੋ ਕਿ ਪਲੈਨਟ ਇਜ਼ ਵਨ। ਚਲੋ ਪਾਣੀ ਦਾ ਇਸ਼ੂ ਹੈਗਾ, ਪਰ ਮੈਨੂੰ ਇੱਕ ਚੀਜ਼ ਹੋਰ ਸਮਝ ਨਹੀਂ ਆਉਂਦੀ ਕਿ ਜਦ ਆਪਾਂ ਕਿਸੇ ਰੈਸਟੋਰੈਂਟ 'ਚ ਫੂਡ ਜੇ ਕੰਜ਼ੰਪਸ਼ਨ ਵਾਸਤੇ ਜਾਂਦੇ ਹਾਂ, ਮੀਲ ਵਾਸਤੇ ਜਾਂਦੇ ਹੈਗੇ ਹਾਂ, ਤਾਂ ਉੱਥੇ ਅਸੀਂ ਅਗਰ ਬੀਫ ਆਰਡਰ ਕਰਦੇ ਹੈਗੇ ਜਾਂ ਲਾਈਵ ਸਟਾਕ ਦਾ ਮੀਟ ਅਸੀਂ ਆਰਡਰ ਕਰਦੇ ਹੈਗੇ ਹਾਂ, ਤਾਂ 100 ਗ੍ਰਾਮ ਬੀਫ ਵਾਸਤੇ 700 ਲੀਟਰ ਪਾਣੀ ਚਾਹੀਦਾ। ਉੱਥੇ 1 ਕਿਲੋ ਰਾਈਸ ਵਾਸਤੇ ਅਸੀਂ 5000 ਲੀਟਰ ਕਹਿ ਰਹੇ ਸੀ, ਅਗਰ ਇੱਥੇ 1 ਕਿਲੋ ਮੀਟ ਵਾਸਤੇ 7000 ਲੀਟਰ ਪਾਣੀ ਚਾਹੀਦਾ ਹੈਗਾ। ਆਈ ਆਲਸੋ ਥਾਟ ਕਿ ਵਿਦ ਪਲੈਨਟ ਇਜ਼ ਵਨ, ਜਦ ਪਲੈਨਟ ਵਨ ਹੈਗਾ, ਵਾਈ ਸ਼ੁੱਡ ਦੀ ਸੈਕਰੀਫਾਈਸ ਬੀ ਆਲਵੇਜ਼ ਮੇਡ ਬਾਈ ਪੀਪਲ ਇਨ ਦੀ ਸਾਊਥ ਐਂਡ ਪੀਪਲ ਇਨ ਦੀ ਨਾਰਥ? ਤੇ ਲਾਈਫ ਸਟਾਈਲ ਨੂੰ ਅਸੀਂ ਡਿਸਟਰਬ ਹੀ ਨਹੀਂ ਕਰਨਾ ਹੈਗਾ। ਉਹ ਤਾਂ ਮੰਨ ਕੇ ਚੱਲਦੇ ਕਿ ਐਵਰੀਥਿੰਗ ਕੈਨ ਗੋ ਰੋਂਗ, ਲੇਕਿਨ ਸਾਡਾ ਲਾਈਫ ਸਟਾਈਲ ਨਹੀਂ ਕੰਪਰੋਮਾਈਜ਼ ਹੋਣਾ ਚਾਹੀਦਾ ਹੈਗਾ। ਦੀ ਪੁਆਇੰਟ ਆਈ ਐਮ ਟਰਾਈਂਗ ਟੂ ਮੇਕ ਇਜ਼ ਅਗੇਨ, ਸਾਰਾ ਦੁਨੀਆ ਜਿਹੜੀ ਹੈਗੀ ਆ ਬਲੇਮ ਸਾਡੇ ਤਾਂ ਡਿਵੈਲਪਿੰਗ ਕੰਟਰੀਜ਼ ਮੰਨਨੇ ਕਿ ਯੂ ਆਰ ਰਿਸਪੌਂਸਿਬਲ ਫॉर ਗਜ਼ਲਿੰਗ ਦੀ ਔਰ ਸਕਿੰਗ ਦੀ ਪਲੈਨਟ ਡਰਾਈ ਬਿਕੋਜ਼ ਆਫ ਯੂਰ ਕ੍ਰੌਪਿੰਗ ਪੈਟਰਨਸ ਐਂਡ ਸੋ ਔਨ ਐਂਡ ਸੋ ਫੋਰਥ। ਇੱਕ ਜਾਪਾਨ ਦੀ ਮੈਂ ਇੱਕ TV 'ਤੇ ਇੱਕ ਇੰਟਰਵਿਊ ਦੇ ਰਿਹਾ ਸੀਗਾ, ਤਾਂ ਮੈਨੂੰ ਕਹਿੰਦੇ ਜੀ ਕਿ ਪੈਡੀ ਜਿਹੜਾ ਹੈਗਾ ਪੰਜਾਬ ਦਾ, ਉਹ ਮੀਥੇਨ ਐਡ ਕਰਦਾ। ਦੇयर ਆਰ ਲੋਟਸ ਆਫ ਸਟੱਡੀਜ਼, ਮੈਂ ਉਹਦੇ 'ਚ ਨਹੀਂ ਜਾਣਾ ਚਾਹੁੰਦਾ, ਐਂਡ ਵੀ ਆਲ ਨੋ ਕਿ ਉਹ ਦੇ ਆਰ ਰਾਈਟ ਸਟੱਡੀਜ਼ ਕਿ ਸਾਨੂੰ ਵਾਰਨ ਕਰਦੀਆਂ ਹੈਗੀਆਂ ਵਿਦ ਆਲ ਦੋਜ਼ ਥਿੰਗਸ। ਆਈ ਜਸਟ ਆਸਕ ਦੈਮ ਅ ਕੁਐਸਚਨ, ਮੈਂ ਕਿਹਾ ਜਾਪਾਨ ਵਿੱਚ ਜਿੰਨੀਆਂ ਕਾਫੀ ਮਸ਼ੀਨਸ ਹੈਗੀਆਂ, ਯੂ ਨੋ ਵੈਨ ਯੂ ਪ੍ਰੈਸ ਦੇ ਬਟਨ, ਕਾਫੀ ਕਿਓਸਕ ਜਿਹੜੇ ਹੁੰਦੇ, ਕਾਫੀ ਨਿਕਲ ਕੇ ਆਉਂਦੀ ਹੈਗੀ ਹੈ, ਉਹਨਾਂ 'ਚ ਮੀਥੇਨ ਜ਼ਿਆਦਾ ਪੈਦਾ ਹੁੰਦੀ ਹੈ ਜਿੰਨੇ ਕਿ ਸਾਡੇ ਪੈਡੀ ਵਿੱਚੋਂ ਹੁੰਦੀ ਹੈ। ਨੋਬਡੀ ਹੈਜ਼ ਟਾਕਡ ਅਬਾਊਟ ਕਿ ਉਹਨਾਂ ਮਸ਼ੀਨਾਂ ਨੂੰ ਬੰਦ ਕੀਤਾ ਜਾਏ, ਬਟ ਯੂ ਵਾਂਟ ਟੂ ਸਟਾਪ ਪੈਡੀ ਹੇਅਰ। ਮੇਰਾ ਸਬਮਿਸ਼ਨ ਤੁਹਾਡੇ ਸਾਹਮਣੇ ਹੈ ਕਿ ਕਿਆ ਗੱਲ ਹੈਗੀ ਹੈ ਕਿ ਦੁਨੀਆ ਦਾ ਜਿਹੜਾ ਇੱਕ ਨੈਰੇਟਿਵ ਹੈਗਾ, ਉਹ ਅਸੀਂ ਉਹਨੂੰ ਸਮਝ ਨਹੀਂ ਪਾਏ, ਜਾਂ ਸਾਨੂੰ ਲੱਗਦਾ ਹੈਗਾ ਕਿ ਬਈ ਦਿਸ ਇਜ਼ ਦ ਕਰੈਕਟ ਨੈਰੇਟਿਵ। ਕਿਤੇ ਨਾ ਕਿਤੇ ਤਾਂ ਸਾਨੂੰ ਉਹਨੂੰ ਅਸਰਟੇਨ ਕਰਨਾ ਪਏਗਾ ਕਿ ਬਈ ਕਿਉਂ ਹੋ ਰਿਹਾ ਹੈਗਾ। ਇੱਕ ਵਾਰੀ ਇੱਕ ਇਹ ਵੀ ਡਿਸਕਸ਼ਨ ਹੁੰਦੀ ਹੈ ਇੱਕ ਇੰਟਰਨੈਸ਼ਨਲ ਕਾਨਫਰੰਸ ਵਿੱਚ ਕਿ ਬਈ ਟਾਈਮ ਆ ਗਿਆ ਹੈਗਾ ਕਿ ਜਿਹੜੇ ਥਰਡ ਵਰਲਡ ਦੀ ਕੈਟਲ ਹੈਗੀਆਂ ਜਾਂ ਜਿਹੜੀ ਗਊਆਂ ਮੱਝਾਂ ਹੈਗੀਆਂ, ਇਹਨੂੰ ਆਪਾਂ ਹੁਣ ਕੱਲ ਕਰ ਦਈਏ ਜਾਂ ਸਲੌਟਰ ਕਰ ਦਈਏ, ਕਿਉਂਕਿ ਇੰਨਾ ਮੀਟ ਅਵੇਲੇਬਲ ਹੈ ਦੁਨੀਆ ਵਿੱਚ, ਦੁੱਧ ਔਰ ਮੀਟ ਇੰਨਾ ਅਵੇਲੇਬਲ ਹੈਗਾ ਕਿ ਇਹਨਾਂ ਗਊਆਂ ਦੀ
ਜ਼ਰੂਰਤ ਹੀ ਨਹੀਂ ਹੈਗੀ, ਦੇ ਆਰ ਅਨਪ੍ਰੋਡਕਟਿਵ ਐਂਡ ਦੇ ਆਰ ਕਾਜ਼ਿੰਗ ਡੈਮੇਜ ਟੂ ਨੇਚਰ। ਦੀ ਪੁਆਇੰਟ ਆਈ ਐਮ ਟਰਾਈਂਗ ਟੂ ਮੇਕ ਇਸ ਤੁਸੀਂ ਇਹਨਾਂ ਸਭ ਨੂੰ ਚੀਜ਼ਾਂ ਨੂੰ ਅਗਰ ਇੱਕ ਉੱਚ ਪਲੇਸ ਕਰੋ, ਇੱਕ 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 ਪਲੇਟਫਾਰਮ 'ਤੇ ਔਰ ਸਮਝਣ ਦੀ ਕੋਸ਼ਿਸ਼ ਕਰੀਏ, ਤਾਂ ਇਹ ਸਾਰਾ ਜਿਹੜਾ ਪ੍ਰਯਾਸ ਹੈਗਾ ਇਹ ਇਟ ਲੁਕਸ ਕਿ ਬਈ ਐਜ਼ ਇਫ ਸਾਰੀ ਗਲਤੀਆਂ ਜਾਂ ਸਾਰੀ ਰਿਸਪੌਂਸਿਬਿਲਟੀਆਂ ਸਾਡੀਆਂ ਹੈਗੀਆਂ। ਐਂਡ ਨਾਓ ਡੋਂਟ ਬੀ ਸਰਪ੍ਰਾਈਜ਼ ਜੇ ਆਪਾਂ ਪੰਜਾਬ ਵਿੱਚ ਗੱਲ ਕਰਦੇ ਹੈਗੇ, ਐਂਡ ਆਈ ਹੈਵ ਫਾਊਂਡ ਐਵਰੀ ਕਾਨਫਰੰਸ ਆਈ ਗੋ ਟੂ, ਦਿੱਲੀ ਹੋਏ, ਅਮਰੀਕਾ ਹੋਏ, ਯੂਰਪ ਹੋਏ, ਕਿਤੇ ਵੀ ਹੋਏ, ਉੱਥੇ ਪੰਜਾਬ ਦੀ ਗੱਲ ਜ਼ਰੂਰ ਹੁੰਦੀ ਹੈ ਕਿ ਦੀ ਕ੍ਰੌਪਿੰਗ ਪੈਟਰਨ ਜਿਹੜਾ ਸਕ ਕਰਦਾ ਹੈਗਾ ਪਾਣੀ ਨੂੰ, ਐਂਡ ਇਟਸ ਐਨ ਐਗਜ਼ਾਮਪਲ ਕਿ ਬਈ ਦੁਨੀਆ ਨੂੰ ਇਹ ਨਹੀਂ ਕਰਨਾ ਚਾਹੀਦਾ। ਠੀਕ ਹੈ, ਅਸੀਂ ਮੰਨਦੇ ਹਾਂ ਕਿ ਬਈ ਦੈਟਸ ਏ ਐਗਜ਼ੌਸਟਿਵ ਕਾਈਂਡ ਆਫ ਏ ਕਲਟੀਵੇਸ਼ਨ ਪ੍ਰੈਕਟਿਸਿਸ ਜਿਹੜੀ ਸਾਨੂੰ ਉਹ ਤੋਂ ਡਾਇਵਰਸੀਫਾਈ ਕਰਨ ਦੀ ਜ਼ਰੂਰਤ ਹੈ, ਹਟਣ ਦੀ ਜ਼ਰੂਰਤ ਹੈ। ਬਟ ਲੈਟਸ ਆਲਸੋ ਅੰਡਰਸਟੈਂਡ ਪੰਜਾਬ ਦਾ ਪਾਣੀ ਖਤਮ ਹੋ ਜਾਏਗਾ ਜਿਸ ਤਰੀਕੇ ਨਾਲ ਪੈਡੀ ਚੱਲਦੀ ਆ ਰਹੀ ਹੈ, ਇਹ ਵੀ ਸਮਝਦੇ ਹਾਂ। ਪਰ ਦੁਨੀਆ ਵਿੱਚ ਵੀ ਸਾਨੂੰ ਕਿਹਾ ਜਾਂਦਾ ਕਿ ਥਰਡ ਵਰਲਡ ਵਾਰ ਵਿਲ ਬੀ ਔਨ ਵਾਟਰ ਇਸ਼ੂ, ਇਹ ਵੀ ਸਾਨੂੰ ਸਭ ਨੂੰ ਪੜ੍ਹ ਕੇ ਸਾਨੂੰ ਪਤਾ ਚੱਲਦਾ ਕਿ ਬਈ ਦੁਨੀਆ 'ਚ ਕਿੰਨਾ ਕਿਆਸ ਹੋ ਰਿਹਾ ਇਸ ਗੱਲ ਦੇ ਪਿੱਛੇ। ਜਾਂ ਜਿਸ ਤਰ੍ਹਾਂ ਹੁਣ ਕਿਹਾ ਗਿਆ ਕਿ ਬਈ ਕੇਪ ਟਾਊਨ ਵਿੱਚ ਪਾਣੀ ਨਹੀਂ ਹੋਏਗਾ ਨਹਾਉਣ ਵਾਸਤੇ। ਆਈ ਥਿੰਕ ਦ ਮੈਸੇਜ ਸਾਨੂੰ ਬਹੁਤ ਅੱਛਾ ਮਿਲਦਾ ਹੈਗਾ ਕਿ ਬਈ ਵੀ ਹੈਵ ਟੂ ਸੇਵ ਵਾਟਰ। ਇਸੇ ਤਰੀਕੇ ਨਾਲ ਸਾਨੂੰ ਕਿਹਾ ਜਾਂਦਾ ਸੇਵ ਐਨਰਜੀ, ਉਹ ਸੇਵ ਐਨਰਜੀ ਦੀ ਬਾਅਦ 'ਚ ਗੱਲ ਕਰਦੇ ਹਾਂ, ਪਰ ਲੈਟਸ ਸੇਵ ਵਾਟਰ ਫਸਟ। ਡੂ ਵੀ ਨੋ ਕਿ ਜਿੰਨਾ ਪਾਣੀ ਅੱਜ ਅਸੀਂ ਇਸਤੇਮਾਲ ਕਰਦੇ ਹੈਗੇ ਹਾਂ ਦੁਨੀਆ ਵਿੱਚ, ਉਨਾ ਪਾਣੀ ਸਿਰਫ 5 ਕੰਪਨੀਆਂ ਇਸਤੇਮਾਲ ਕਰਦੀਆਂ। ਮੈਂ ਤਾਂ ਕਦੀ ਡਿਬੇਟ ਨਹੀਂ ਦੇਖੀ ਕਿ ਇਹਨਾਂ 5 ਕੰਪਨੀਆਂ ਨੂੰ ਬੋਲੋ ਕਿ ਆਪਣਾ ਇੱਕ ਮੱਗ ਹੀ ਬਚਾ ਲਓ, ਕਦੀ ਨਹੀਂ ਕਿਸੇ ਨੇ ਗੱਲ ਕੀਤੀ। 5 ਕੰਪਨੀਆਂ ਉਨਾ ਪਾਣੀ ਇਸਤੇਮਾਲ ਕਰਦੀਆਂ ਹੈਗੀਆਂ ਜਿੰਨਾ ਕਿ ਸਾਰੀ ਦੁਨੀਆ ਇਸਤੇਮਾਲ ਕਰ ਰਹੀ ਹੈ। ਔਰ 5 ਕੰਪਨੀਆਂ, ਇਹ ਇਕੋਨੋਮਿਸਟ ਦੀ ਰਿਪੋਰਟ ਹੈ, ਔਰ 5 ਕੰਪਨੀਆਂ ਦੇ ਨਾਂ ਵੀ ਤੁਹਾਨੂੰ ਮੈਂ 2-3 ਨਾਂ ਸੁਣਾ ਦਿੰਦਾ ਹੈ। ਉਹ 'ਚ ਇੱਕ ਡਨੋਨ ਹੈ, ਇੱਕ ਬਡਵਾਈਜ਼ਰ ਹੈ ਜਿਹੜੀ ਬੀਅਰ ਬਣਾਉਂਦੀ ਹੈਗੀ ਹੈ, ਔਰ ਇੱਕ ਉਹਦੇ 'ਚ ਪੈਪਸੀਕੋਲਾ ਸੀਗੀ ਹੈ। ਇਹ 3 ਕੰਪਨੀਆਂ ਤੁਹਾਡੇ ਸਾਹਮਣੇ ਹੈਗੀਆਂ। ਆਈ ਥਿੰਕ ਦੀ ਮੈਸੇਜ ਇਜ਼ ਵੈਰੀ ਕਲੀਅਰ। ਅਗਰ 5 ਕੰਪਨੀਆਂ ਦੁਨੀਆ 'ਚ ਜਿੰਨਾ ਪਾਣੀ ਕੰਜ਼ਿਊਮ ਹੋ ਰਿਹਾ ਉਹਨਾਂ ਦੇ ਉਹ ਵੀ ਉਨਾ ਹੀ ਕੰਜ਼ਿਊਮ ਕਰ ਰਹੇ ਹੈ, ਤਾਂ ਸਾਨੂੰ ਡਰਨ ਦੀ ਕੀ ਜ਼ਰੂਰਤ ਹੈਗੀ ਹੈ? ਅਗਰ ਪਾਣੀ ਦਾ ਕ੍ਰਾਈਸਿਸ ਹੋ ਜਾਂਦਾ, ਜਿਵੇਂ ਅਸੀਂ ਥਰਡ ਵਰਲਡ ਵਾਰ ਦੀ ਤਰਫ ਕਹਿੰਦੇ ਹੈਗੇ ਆ, ਕਾਂਟ ਵੀ ਆਸਕ ਦੋਜ਼ 5 ਕੰਪਨੀਜ਼ ਟੂ ਸ਼ਟ ਡਾਊਨ ਕਿ ਦੁਨੀਆ 'ਚ ਆਫਤ ਆ ਜਾਏਗੀ। ਜੇ ਆਪਾਂ ਕੋਕਾ ਕੋਲਾ ਨਹੀਂ ਪੀਵਾਂਗੇ, ਪੈਪਸੀ ਕੋਲਾ ਨਹੀਂ ਪੀਵਾਂਗੇ ਜਾਂ ਬੀਅਰ ਨਹੀਂ ਪੀਵਾਂਗੇ, ਤਾਂ ਕਿਆ ਆਫਤ ਆ ਜਾਏਗੀ ਦੁਨੀਆ ਵਿੱਚ ਕਿ ਅਸੀਂ ਸੋਚਦੇ ਹਾਂ ਕਿ ਵੀ ਸਾਨੂੰ ਤੀਸਰੀ ਵਰਲਡ ਵਾਰ 'ਤੇ ਜਾਣਾ ਪਏਗਾ। ਦੀ ਪੁਆਇੰਟ ਆਈ ਐਮ ਟਰਾਈਂਗ ਟੂ ਮੇਕ ਇਸ ਕਿ ਕਿਆ ਕਾਰਨ ਹੈ ਕਿ ਅਸੀਂ ਵੀ ਲੋਕ ਉਹਨਾਂ ਗੱਲਾਂ 'ਤੇ ਡਿਬੇਟ ਨਹੀਂ ਕਰਦੇ। Those who are concerned about water as a bigger issue now, ਉਹਨਾਂ ਨੂੰ ਜਿਸ ਤਰ੍ਹਾਂ ਚੌਧਰੀ ਚਰਨ ਸਿੰਘ ਕਹਿੰਦੇ ਸੀ ਕਿਸਾਨਾਂ ਵਾਸਤੇ, ਉਹ ਕਹਿੰਦੇ ਸੀ ਕਿ ਵੀ ਇੱਕ ਅੱਖ ਜਿਹੜੀ ਹੈਗੀ ਆਪਣੇ ਹੱਲ 'ਤੇ ਰੱਖ ਤਾਂ ਦੂਜੀ ਅੱਖ ਦਿੱਲੀ 'ਤੇ ਰੱਖ। ਉਹ ਜ਼ਮਾਨਾ ਸੀਗਾ ਜਦ ਦਿੱਲੀ ਵਾਜ਼ ਇੰਪੋਰਟੈਂਟ, ਹੁਣ ਤਾਂ ਵਾਸ਼ਿੰਗਟਨ 'ਤੇ ਵੀ ਤੁਹਾਨੂੰ ਤੀਸਰੀ ਅੱਖ ਰੱਖਣੀ ਪਏਗੀ। ਲੇਕਿਨ ਦੀ ਪੁਆਇੰਟ ਆਈ ਐਮ ਟਰਾਈਂਗ ਟੂ ਮੇਕ ਇਸ ਸਾਡਾ ਵੀ ਕੰਮ ਹੋਣਾ ਚਾਹੀਦਾ ਐਜ਼ ਐਨ ਐਕਟਿਵਿਸਟ ਆਲਸੋ ਕਿ ਆਪਾਂ ਇੱਕ ਅੱਖ ਤਾਂ ਆਪਣੇ ਇਸ਼ੂ 'ਤੇ ਰੱਖੀਏ, ਦੂਜੀ ਅੱਖ ਇੰਟਰਨੈਸ਼ਨਲ ਦੇ ਇਸ਼ੂ 'ਤੇ ਵੀ ਰੱਖੀਏ, ਤਾਂ ਕਿ ਅਸੀਂ ਉਹਦੇ ਇੱਕ ਬੈਲੈਂਸ ਮੇਨਟੇਨ ਕਰ ਪਾਈਏ। ਇੱਕ ਜਿਹੜਾ ਨੈਰੇਟਿਵ ਹੈਗਾ ਉਹਨੂੰ ਅਸੀਂ ਇੱਕ ਠੀਕ ਰਸਤੇ 'ਤੇ ਲੈ ਕੇ ਆ ਪਾਈਏ। ਮੇਰਾ ਮੰਨਣਾ ਹੈ ਕਿ ਇਹਨਾਂ 'ਚੋਂ ਅਗਰ ਤੁਸੀਂ ਇੱਕ ਕੰਪਨੀ ਵੀ ਅੱਜ ਬੰਦ ਕਰ ਦਿਓਗੇ, ਜਿਹੜੀ 5 ਕੰਪਨੀਆਂ ਹੈਗੀਆਂ, ਸਾਡੇ ਕੋਲ ਪਾਣੀ ਸਰਪਲਸ ਹੋ ਜਾਏਗਾ। ਦੀ ਪੁਆਇੰਟ ਆਈ ਹੋਪ ਆਈ ਐਮ ਏਬਲ ਟੂ ਕਨਵੇ। ਲੇਕਿਨ ਕੋਈ ਨਹੀਂ ਬੋਲਦਾ ਕਿਉਂਕਿ ਕਿਸੇ ਦੀ ਹਿੰਮਤ ਹੀ ਨਹੀਂ ਹੁੰਦੀ 5 ਕੰਪਨੀਆਂ ਤਰਫ ਇਸ਼ਾਰਾ ਕਰਨ ਦੇ ਅੱਜ ਕੱਲ੍ਹ ਦੇ ਮਾਹੌਲ ਵਿੱਚ। Everyone talks about anything, but the moment you point to a corporate house or a big house, ਸਭ ਲੋਕ ਡਰ ਜਾਂਦੇ, ਘਬਰਾ ਜਾਂਦੇ ਕਿ ਨਹੀਂ ਜੀ ਇੱਥੇ ਪਤਾ ਨਹੀਂ ਅਸੀਂ ਗਲਤ ਹੈਗੇ ਹਾਂ ਜਾਂ ਸਾਡੇ ਉੱਪਰ ਕੋਈ ਬੈਕਲੈਸ਼ ਹੋਏਗਾ ਜਾਂ ਟਰੋਲ ਆਏਗਾ ਜਾਂ ਸੋ ਔਨ ਐਂਡ ਸੋ ਫੋਰਥ। ਦੀ ਪੁਆਇੰਟ ਆਈ ਐਮ ਟਰਾਈਂਗ ਟੂ ਮੇਕ ਇਜ਼ ਲੈਟ ਅਸ ਟਰਾਈ ਟੂ ਅੰਡਰਸਟੈਂਡ ਕਿ ਕਿਸ ਤਰੀਕੇ ਨਾਲ ਨੈਰੇਟਿਵ ਬਣਾਇਆ ਜਾਂਦਾ ਹੈਗਾ। ਔਰ ਮੇਰਾ ਮੰਨਣਾ ਹੈ ਕਿ ਸਰ ਅਗਰ ਆਪਾਂ ਵੀ ਜਦ ਨੈਕਸਟ ਟਾਈਮ ਪੈਡੀ 'ਤੇ ਗੱਲ ਕਰੀਏ, ਪਲੀਜ਼ ਡੂ ਟਾਕ ਅਬਾਊਟ ਪੈਡੀ। ਬਹੁਤ ਕੁਝ ਕਰਨ ਦੀ ਜ਼ਰੂਰਤ ਹੈਗੀ ਹੈ, ਪਰ ਨਾਲ ਇਹ ਵੀ ਕਹੋ ਕਿ ਉਹ 5 ਕੰਪਨੀਆਂ ਦਾ ਵੀ ਤਾਂ ਕੁਝ ਕਰੋ ਸਰ, ਤਾਂ ਕਿ ਇੱਕ ਨੈਰੇਟਿਵ ਤਾਂ ਬਣੇ, ਕਿ ਨੈਰੇਟਿਵ ਲੋਕਾਂ ਨੂੰ ਸਮਝਦਾ ਹੈ ਕਿ 5 ਕੰਪਨੀਆਂ ਉਹਨਾਂ ਪਾਣੀ ਖਾ ਰਹੀਆਂ ਜਿੰਨਾ ਕਿ ਆਪਾਂ ਸਾਰੇ ਜਿੰਨਾ ਆਪਾਂ ਕੰਜ਼ਿਊਮ ਕਰਦੇ ਹੈਗੇ। ਸੋ ਦੀ ਸੋਲੂਸ਼ਨ ਇਜ਼ ਨਾਟ ਡਿਫਿਕਲਟ, ਦੀ ਓਨਲੀ ਵੇ ਇਜ਼ ਵੀ ਡੋਂਟ ਵਾਂਟ ਟੂ ਲੁੱਕ ਐਟ ਇਟ। ਅਸੀਂ ਇੱਥੇ ਕਰਨ ਨੂੰ ਤਾਂ ਤਿਆਰ ਹੈਗੇ ਹੀ ਹਾਂ ਔਰ ਕਰਨਾ ਵੀ ਚਾਹੀਦਾ ਹੈਗਾ। ਨਾਓ ਵੈਨ ਆਈ ਸੇ ਕਿ ਵੀ ਆਪਣੇ ਇਨ ਦੀ ਕੇਸ ਆਫ ਪੰਜਾਬ ਦਾ ਜਿਹੜਾ ਕ੍ਰੌਪਿੰਗ ਪੈਟਰਨ ਹੈਗਾ, ਇਹੀ ਸਾਰਾ ਬੜਾ ਇਸ਼ੂ ਹੈ ਇਸ ਸਮੇਂ ਕਿ ਬਈ ਉਹਨੂੰ ਕਿਸ ਤਰ੍ਹਾਂ ਡਾਇਵਰਸੀਫਾਈ ਕੀਤਾ ਜਾਏ। ਜੌਲ ਸਾਹਿਬ ਦੀਆਂ 2 ਕਮੇਟੀ ਰਿਪੋਰਟ ਵੀ ਆਈਆਂ ਹੈਗੀਆਂ ਔਰ ਉਹਨਾਂ ਦੇ ਕਮੇਟੀ ਵੀ ਰਿਪੋਰਟ ਵਿੱਚ ਵੀ ਕਿਹਾ ਸੀਗਾ ਕਿ ਬਈ ਬਹੁਤ ਜ਼ਰੂਰੀ ਹੈ। ਉਹਨਾਂ ਦੇ ਕੁਝ ਸੁਝਾਅ ਵੀ ਸੀਗੇ। ਮੈਨੂੰ ਯਾਦ ਹੈ ਜਿਹੜੀ ਫਸਟ ਰਿਪੋਰਟ ਆਈ ਸੀਗੀ ਜੌਲ ਸਾਹਿਬ ਦੀ, ਤਾਂ ਉਸ ਟਾਈਮ ਮੈਂ ਪੰਜਾਬ ਵਿੱਚ ਹੁੰਦਾ ਸੀਗਾ ਐਂਡ ਆਈ ਹੈਡ ਇਵੈਲੂਏਟਿਡ ਦੈਟ ਰਿਪੋਰਟ ਐਂਡ ਸੀਨ ਕਿ ਬਈ ਉਹਦੇ ਵਿੱਚ ਕੀ ਪਲੱਸ ਐਂਡ ਜੋ ਉਹਨਾਂ ਦੇ ਸੁਜੈਸ਼ਨ ਸੀਗੇ ਉਹ ਕੀ ਸੀਗੇ। ਇੱਕ ਉਹਨਾਂ ਦਾ ਇੱਕ ਸੁਜੈਸ਼ਨ ਸੀਗਾ ਜਾਂ ਇੱਕ ਉਹਨਾਂ ਦੀ ਰਿਪੋਰਟ ਵਿੱਚ ਪੁਆਇੰਟ ਸੀਗਾ ਜੋ ਮੈਂ ਸ਼ੇਅਰ ਕਰਨਾ ਚਾਹੁੰਦਾ। ਆਈ ਐਮ ਸ਼ੋਰ ਪੰਨੂ ਸਾਹਿਬ ਵੁੱਡ ਨੋ ਬੈਟਰ ਦੈਨ ਮੀ। ਉਹਦੇ ਵਿੱਚ ਇਹ ਕਿਹਾ ਸੀਗਾ ਜੌਲ ਸਾਹਿਬ ਨੇ ਪਹਿਲੀ ਕਮੇਟੀ ਰਿਪੋਰਟ ਵਿੱਚ ਕਿ ਅਗਰ ਅਸੀਂ ਕਿਉਂਕਿ ਡਾਇਵਰਸੀਫਾਈ ਕਰਨਾ ਚਾਹੁੰਦੇ ਹੈਗੇ ਕਿ ਪੈਡੀ ਤੋਂ, ਤਾਂ ਪੈਡੀ 'ਚ ਡਾਇਵਰਸੀਫਾਈ ਕਿਸ ਚੀਜ਼ ਕਰਾਂਗੇ? ਫਰੂਟਸ ਐਂਡ ਵੈਜੀਟੇਬਲਸ ਵਾਸ ਦੀ ਪ੍ਰੋਮੀਨੈਂਟ ਕੈਟੇਗਰੀ ਜਿਹਦੇ ਵਿੱਚ ਅਸੀਂ ਆਉਣਾ ਹੈਗਾ। ਤਾਂ ਉਹਨਾਂ ਦਾ ਕਹਿਣਾ ਸੀਗਾ ਅਗਰ 1% ਫਰੂਟਸ ਐਂਡ ਵੈਜੀਟੇਬਲ ਦੀ ਪ੍ਰੋਡਕਸ਼ਨ ਪੰਜਾਬ ਵਿੱਚ ਵੱਧ ਜਾਂਦੀ ਹੈ ਤਾਂ ਇਟ ਵਿਲ ਕਾਜ਼ ਐਨ ਅਨਮੈਨੇਜੇਬਲ ਗਲਟ।
ਮੈਨੂੰ ਨਹੀਂ ਪਤਾ ਉਹਦੇ ਬਾਅਦ ਕਿੰਨੀ ਇੰਪਰੂਵਮੈਂਟ ਹੋ ਗਈ ਹੈ ਕਿ ਅਗਰ 1% बढ़ ਜਾਂਦੀ ਹੈ ਤਾਂ ਅਸੀਂ ਉਸ ਗਲਟ ਨੂੰ ਮੈਨੇਜ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ ਹੈਗੇ ਆ। ਦੀ ਪੁਆਇੰਟ ਇਜ਼ ਕਿ that report did draw our attention ਕਿ ਸਾਨੂੰ ਕਿਸ ਤਰਫ ਇਨਫਰਾਸਟ੍ਰਕਚਰ ਡਿਵੈਲਪਮੈਂਟ ਜਾਂ ਦੂਜਾ ਜਿਹੜਾ ਆਪਾਂ ਫੋਕਸ ਕਰਨਾ ਚਾਹੁੰਦੇ ਹੈਗੇ ਆ ਇਨ ਅ ਕ੍ਰੌਪਿੰਗ ਪੈਟਰਨ ਔਰ ਕ੍ਰੌਪ ਐਜ਼ ਅ ਸੋਲੂਸ਼ਨ ਟੂ ਦੀ ਕ੍ਰਾਈਸਿਸ ਅਸੀਂ ਕਿੰਨਾ ਉਸ ਤਰਫ ਅੱਗੇ बढ़ ਸਕਿਆ ਹੈਗਾ। ਐਂਡ ਸੈਕੰਡਲੀ ਆਲਸੋ ਵੀ ਨੋ ਕਿ ਬਈ ਕਿਸਾਨ ਨੂੰ ਇੱਕ ਸਭ ਤੋਂ ਬੜੀ ਕਿਸਾਨ ਬੇਵਕੂਫ ਨਹੀਂ ਹੈ। ਅਗਰ ਕਿਸਾਨ ਨੇ ਇੰਨੀ ਰਿਪੋਰਟਸ ਤੋਂ ਇੰਨਾ ਕੁਝ ਕਹਿਣ ਤੋਂ ਬਾਵਜੂਦ ਵੀ ਨਹੀਂ ਡਾਈਵਰਸੀਫਾਈ ਕੀਤਾ ਹੈ ਫਰੋਮ ਪੈਡੀ, ਆਈ ਥਿੰਕ ਦੇयर इज़ अ वैलिड रीज़न फॉर इट। ਜਿਸ ਤਰ੍ਹਾਂ ਆਪਾਂ ਜਾਣਦੇ ਹੀ ਹੈਗੇ ਆ ਕਿ ਬਈ ਅਗਰ ਕਿਸਾਨ ਨੂੰ ਅੱਜ ਵੀ ਦੇਖ ਰਹੇ ਹੈਗੇ ਕਿ ਮੱਕੀ ਦਾ ਭਾਅ ਦੇਖ ਲਓ ਤੁਸੀਂ, ਮਸਟਰਡ ਦਾ ਭਾਅ ਦੇਖ ਲਓ ਮਾਰਕੀਟ ਵਿੱਚ ਜਿਸ ਤਰੀਕੇ ਨਾਲ ਪ੍ਰਾਈਸਿਸ ਕ੍ਰੈਸ਼ ਹੁੰਦੇ ਪਏ ਹੈਗੇ ਇਸ ਸਮੇਂ ਵੀ MSP ਤੋਂ ਘੱਟ ਮਸਟਰਡ ਦਾ ਦਾਮ ਮਿਲਦਾ ਪਿਆ, ਮੱਕੀ ਦਾ ਦਾਮ ਮਿਲਦਾ ਪਿਆ ਹੈਗਾ। ਓਬਵੀਅਸਲੀ ਵਾਈ ਵੁੱਡ ਫਾਰਮਰ ਗੋ ਇਨਟੂ ਕ੍ਰੌਪ ਜਿੱਥੇ ਉਹਨੂੰ ਅਸ਼ੋਰਡ ਇਨਕਮ ਨਾ ਮਿਲੇ। ਜਦ ਆਪਾਂ ਐਜ਼ ਏ ਇੰਪਲੋਈ ਐਜ਼ ਏ ਸਾਇੰਟਿਸਟ ਅਸੀਂ ਹਰ ਵਾਰੀ ਇਹੀ ਲੜਦੇ ਆ ਕਿ ਸਾਡਾ DA ਕਿੰਨਾ बढ़िया ਤਾਂ ਸਾਡੇ ਏਰੀਅਰ ਕਿੰਨੇ ਬੜੇ ਹੈਗੇ ਆ। ਆਈ ਥਿੰਕ ਫਾਰਮਰ ਆਲਸੋ ਹੈਜ਼ ਅ ਜਸਟੀਫਿਕੇਸ਼ਨ ਟੂ ਡਿਮਾਂਡ ਫॉर a legitimate ਪ੍ਰਾਈਸ ਜਾਂ ਰਾਈਟਫੁਲ ਪ੍ਰਾਈਸ ਜੋ ਉਹਨੂੰ ਮਿਲਣਾ ਚਾਹੀਦਾ ਹੈਗਾ। ਬਟ ਅਨਫੋਰਚੂਨੇਟਲੀ ਮੈਂ ਦੇਖਦਾ ਕਿ ਸਾਰੀ ਡਿਬੇਟ ਜਿਹੜੀ ਹੈਗੀ ਅਗੇਨ ਇਟਸ ਕੰਸਟਿਊਡ ਇਨ ਅ ਡਿਫਰੈਂਟ ਮੈਨਰ ਕਿ ਅਸੀਂ ਕਹਿੰਦੇ ਕਿ ਸਾਨੂੰ ਤਾਂ ਤਨਖਾਹ ਫਿਕਸਡ ਮਿਲੇ, ਸਾਨੂੰ ਤਾਂ ਅਗਲੇ ਜਿਹੜੇ 10 ਸਾਲ ਦੇ ਬੈਨੀਫਿਟਸ ਮਿਲਣੇ ਉਹ ਵੀ ਸਾਨੂੰ ਅਸ਼ੋਰਡ ਹੋ ਜਾਣ ਹੁਣੀ, ਲੇਕਿਨ ਕਿਸਾਨ ਨੂੰ ਕਹਿੰਦੇ ਕਿ ਮਾਰਕੀਟ ਤੇ ਡਿਪੈਂਡੈਂਟ ਹੋਣਾ ਚਾਹੀਦਾ। ਮਾਰਕੀਟ ਇਜ਼ ਦ ਬੈਸਟ ਜੱਜ ਫॉर ਦੀ ਪ੍ਰਾਈਸ। ਅਗਰ ਮਾਰਕੀਟ ਇਜ਼ ਦ ਬੈਸਟ ਜੱਜ ਫॉर ਦੀ ਕਾइंड ऑफ ਪ੍ਰਾਈਸ दैट द फार्मर गेट, ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਦੁਨੀਆ ਵਿੱਚ ਐਂਡ ਆਈ ਐਮ ਸੇਇੰਗ ਅਗੇਨ ਦੁਨੀਆ ਵਿੱਚ ਕਿਸੇ ਵੀ ਦੇਸ਼ ਵਿੱਚ ਮਾਰਕੀਟਸ ਨੇ ਕਿਸਾਨਾਂ ਦੀ ਮਦਦ ਨਹੀਂ ਕੀਤੀ ਹੈਗੀ। And I think the entire scientific community has to focus on this ਕਿ ਤੁਸੀਂ ਪ੍ਰੋਡਕਟਿਵਿਟੀ बढ़ाई ਜਾਓ, ਲੇਕਿਨ ਜਦ ਤੱਕ ਤੁਸੀਂ ਪ੍ਰਾਈਸ ਦੀ ਗੱਲ ਨਹੀਂ ਕਰਦੇ ਆ the system is not going to work। ਪੰਜਾਬ is a classic example। ਸਾਡੇ ਕੋਲ 11 ਟਨ ਪ੍ਰਤੀ ਹੈਕਟੇਅਰ ਸਾਡੇ ਕੋਲ ਪੈਦਾਵਾਰ ਹੁੰਦੀ ਹੈ ਵੀਟ ਔਰ ਪੈਡੀ ਦੀ ਹਰ ਸਾਲ। ਉਹਦੇ ਬਾਵਜੂਦ ਵੀ ਪੰਜਾਬ ਹੈਜ਼ ਬਿਕਮ ਅ ਹੌਟ ਸਪੌਟ ਆਫ ਫਾਰਮਰ ਸੁਸਾਈਡਸ। ਇਟਸ ਅ ਕਲੀਅਰ ਮੈਸੇਜ ਕਿ ਜੋ ਇਹ ਅਸੀਂ ਕਹਿੰਦੇ ਜਾਂਦੇ ਹਾਂ ਕਿ ਵੀ ਪ੍ਰੋਡਕਟਿਵਿਟੀ बढ़ाओ, ਅਗੇਨ ਇਹ ਨੈਰੇਟਿਵ ਹੈਜ਼ ਟੂ ਬੀ ਲੁਕਡ ਇਨਟੂ ਕਿ ਵਾਕਈ ਕਿਆ ਪ੍ਰੋਡਕਟਿਵਿਟੀ ਦੀ ਜ਼ਰੂਰਤ ਹੈ। ਇਜ਼ ਦੀ ਵਰਲਡ ਸ਼ਾਰਟ ਆਫ ਫੂਡ ਟੁਡੇ? ਲੈਟਸ ਥਿੰਕ ਅਬਾਊਟ ਇਟ। ਟੁਡੇ ਦੀ ਵਰਲਡ ਹੈਜ਼ 8 ਬਿਲੀਅਨ ਪੀਪਲ। ਦੀ ਵਰਲਡ ਪ੍ਰੋਡਿਊਸਿਸ ਫੂਡ ਫॉर 14 ਬਿਲੀਅਨ ਪੀਪਲ। ਆਲਰੇਡੀ ਜੋ ਸਾਡੀ ਪ੍ਰੋਜੈਕਸ਼ਨ ਹੈਗੀ ਹੈ ਬਾਈ ਦੀ ਐਂਡ ਆਫ ਦਿਸ ਸੈਂਚੁਰੀ, ਉਹ ਆਲਰੇਡੀ ਵੀ ਆਰ ਪ੍ਰੋਡਿਊਸਿੰਗ ਮੋਰ ਫੂਡ ਦੈਨ ਵਾਟ ਦੀ ਪ੍ਰੋਜੈਕਸ਼ਨ ਆਫ ਦੀ ਪਾਪੂਲੇਸ਼ਨ ਵੁੱਡ ਬੀ ਬਾਈ ਦੀ ਐਂਡ ਆਫ ਦਿਸ ਸੈਂਚੁਰੀ। ਕ੍ਰਾਈਸਿਸ ਕਿੱਥੇ ਹੈਗਾ ਫਿਰ ਫੂਡ ਦਾ? ਵਾਈ ਇਜ਼ ਦੈਟ ਐਵਰੀਬਡੀ ਟਾਕਸ ਅਬਾਊਟ ਪ੍ਰੋਡਕਟਿਵਿਟੀ? 2050 ਵਿੱਚ ਸਾਡੇ ਹਿੰਦੁਸਤਾਨ 'ਚ ਇਹ ਹੋਏਗਾ, 2030 ਵਿੱਚ ਇੰਨਾ ਹੋ ਜਾਏਗਾ। ਆਲ ਦਿਸ ਡਾਟਾ ਮੈਂ ਇੰਨੇ ਸਾਲਾਂ ਤੋਂ ਪੜ੍ਹਦਾ ਆ ਰਿਹਾ ਹੈਗਾ ਐਂਡ ਵੀ ਆਰ ਬੀਇੰਗ ਮੇਡ ਟੂ ਬਿਲੀਵ ਕਿ ਸਾਡੇ 'ਚ ਪੈਦਾਵਾਰ ਨਹੀਂ ਹੁੰਦੀ ਸਾਡੇ ਦੇਸ਼ ਵਿੱਚ। ਮੇਰਾ ਇਹ ਕਹਿਣਾ ਕਿ ਨਹੀਂ, ਪੈਦਾਵਾਰ ਜਿਹੜੀ ਹੁੰਦੀ ਹੈ ਉਨੀ ਬਹੁਤ ਹੈ ਜੇ ਤੁਸੀਂ ਉਹਨੂੰ ਇਨਕਮ ਤਾਂ ਦੇ ਦਿਓ ਕਿਸਾਨ ਨੂੰ, ਉਹ ਤੁਹਾਨੂੰ ਬਾਕੀ ਵੀ ਕਰਕੇ ਦਿਖਾ ਦੇਗਾ। ਬਟ ਯੂ ਡੋਂਟ ਵਾਂਟ ਟੂ ਪੇ ਹਿਮ ਐਨ ਇਨਕਮ ਐਂਡ ਯੂ ਥਿੰਕ ਕਿ ਉਹਦਾ ਸੋਲੂਸ਼ਨ ਜਿਹੜਾ ਹੈਗਾ ਪ੍ਰੋਡਕਟਿਵਿਟੀ ਵੱਲ ਨਿਕਲ ਆਏਗਾ। ਇਹ ਨੈਰੇਟਿਵ ਵੀ ਇੰਡਸਟਰੀ ਨੇ ਬਣਾਇਆ ਸੀਗਾ। Let us not forget because pesticide, fertilizer, mechanization, all these things require industrial input। ਉਹਦੇ ਵਾਸਤੇ ਇੱਕ ਨੈਰੇਟਿਵ ਕ੍ਰੀਏਟ ਕੀਤਾ ਜਾਂਦਾ ਹੈ। ਅਨਫੋਰਚੂਨੇਟਲੀ ਮੈਂ ਜਿਸ ਸਿਸਟਮ 'ਚੋਂ ਆਇਆ ਸੀਗਾ ਉੱਥੇ ਵੀ ਸਾਨੂੰ ਇਹੀ ਪੜ੍ਹਾਇਆ ਜਾਂਦਾ ਸੀਗਾ ਕਿ ਜਦ ਤੱਕ ਤੁਸੀਂ ਟਰੈਕਟਰ ਨਾਲ ਖੇਤੀ ਨਹੀਂ ਕਰੋਗੇ ਤਾਂ ਤੁਹਾਡੀ ਪ੍ਰਗਤੀ ਨਹੀਂ ਹੋਏਗੀ। ਪਰ ਇਹੀ ਹਾਲ ਹੈ ਪੰਜਾਬ ਦਾ। ਦੇਖ ਲਓ 1 ਲੱਖ ਟਰੈਕਟਰ ਚਾਹੀਦੇ ਹੈਗੇ। ਵੀ ਆਲਰੇਡੀ ਹੈਵ ਅਬਾਊਟ 5.5 ਲੱਖ ਟਰੈਕਟਰਸ। So therefore the symbol of pride one day has become a symbol of suicide nowadays। nobody is talking about it। ਹੁਣ ਵੀ ਅਸੀਂ ਪੰਜਾਬ ਨੂੰ ਜੰਕ ਯਾਰਡ ਬਣਾਉਣ ਜਾ ਰਹੇ ਹਾਂ ਮਸ਼ੀਨਾਂ ਦਾ। ਉਹ ਅੰਡਰ ਦੀ ਪੈਡੀ ਜਿਹੜਾ ਸਟਬਲ ਬਰਨਿੰਗ ਨੂੰ ਰੋਕਣ ਵਾਸਤੇ ਯੂ ਆਰ ਪੰਪਿੰਗ ਇਨ ਲੋਟ ਆਫ ਮਸ਼ੀਨ 15 ਦਿਨ ਉਹਨਾਂ ਦਾ ਉਪਯੋਗ ਹੋਣਾ ਹੈ, ਸਾਰੇ ਸਾਲ ਉੱਤੇ ਖੜੀ ਰਹੇਗੀ ਐਂਡ ਵੀ ਆਰ ਵੈਰੀ ਹੈਪੀ ਬਿਕੋਜ਼ ਉਹਦੇ GDP बढ़ਦੀ ਹੈ। ਸੀ ਦੀ ਪੁਆਇੰਟ ਵੀ ਨੀਡ ਟੂ ਅੰਡਰਸਟੈਂਡ ਇਸ ਕਿ ਸਾਰੀ ਗੱਲਾਂ ਦਾ ਨਿਚੋੜ ਜਾ ਕੇ GDP ਤੇ ਆਉਂਦਾ ਹੈ। ਐਂਡ ਆਈ ਥਿੰਕ ਕਾਮਨ ਮੈਨ ਡਜ਼ ਨਾਟ ਅੰਡਰਸਟੈਂਡ ਵਾਟ ਇਜ਼ GDP। ਜੇ ਮੈਂ ਤੁਹਾਨੂੰ ਪੁੱਛ ਲਵਾਂ ਕਿ GDP ਕੀ ਹੁੰਦੀ ਹੈ ਤਾਂ ਮੈਨੂੰ ਪਤਾ ਤੁਹਾਡਾ ਜਵਾਬ ਮੈਂ ਹਰ ਜਗ੍ਹਾ ਪੁੱਛਣ ਦੀ ਕੋਸ਼ਿਸ਼ ਕਰਦਾ ਜਿੱਥੇ ਮੈਂ ਕਰ ਸਕਦਾ। ਉੱਥੇ ਜਵਾਬ ਮੈਨੂੰ ਮਿਲਦਾ ਸਰ ਜੋ ਡੈਫੀਨੇਸ਼ਨ ਮੈਂ ਵੀ ਪੜ੍ਹੀ ਸੀਗੀ ਕਾਲਜ ਯੂਨੀਵਰਸਿਟੀ ਵਿੱਚ ਕਿ ਇਟ ਇਜ਼ ਦੀ ਵੈਲਿਊ ਆਫ ਦੀ ਗ੍ਰੋਸ ਪ੍ਰੋਡਕਟ ਸਰਵਿਸਿਜ਼ ਐਂਡ ਗੁੱਡਸ ਐਂਡ ਜੋ ਵੀ ਹੈ ਤੁਸੀਂ ਉਹੀ ਘੋਟਾ ਲਗਾ ਕੇ ਜਿਹੜਾ ਤੁਸੀਂ ਪੜ੍ਹਿਆ ਸੀਗਾ ਉਸ ਜ਼ਮਾਨੇ ਦਾ ਉਹ ਮੈਂ ਵੀ ਲਗਾ ਸਕਦਾ। ਬਟ ਦੀ ਫੈਕਟ ਆਫ ਦੀ ਮੈਟਰ ਇਜ਼ ਵਾਟ ਇਜ਼ GDP? GDP is the amount of money that exchanges hand in a layman terms। ਇਹਨੇ ਲੀਗਲ ਹੋਏ ਇਨ ਦ ਐਕਸਚੇਂਜ। ਹੁਣ ਤੁਸੀਂ ਪਾਣੀ ਦੀ ਗੱਲ ਕੀਤੀ ਹੈ। ਮੈਨੂੰ ਯਾਦ ਹੈ ਕਿ ਆਪਣੇ ਮੱਧ ਪ੍ਰਦੇਸ਼ ਦੇ ਚੀਫ ਮਿਨਿਸਟਰ ਸਾਹਿਬ ਨੇ ਇੱਕ ਕਾਨਫਰੰਸ ਵਿੱਚ ਜਿੱਥੇ ਮੈਂ ਵੀ ਸੀਗਾ ਉਹਨਾਂ ਨੇ ਕਿਹਾ ਕਿ ਮੈਂ ਨਰਮਦਾ ਪੁੱਤਰ ਹਾਂ। ਨਰਮਦਾ ਦੇ ਬੇਸ ਉਹਦੇ ਕਾਨਫਰੰਸ ਹੋਈ ਸੀ ਕਿ ਨਰਮਦਾ ਦੇ ਉੱਪਰ ਹੀ ਨੇਮਡ ਆਪਣੇ ਆਪ ਨੂੰ ਉਹਨਾਂ ਨੇ ਕਿਹਾ ਕਿ ਮੈਂ ਨਰਮਦਾ ਪੁੱਤਰ ਹੂੰ ਬਿਕੋਜ਼ ਆਈ ਵਾਜ਼ ਬੋਰਨ ਔਨ ਦੀ ਬੈਂਕਸ ਆਫ ਦ ਨਰਮਦਾ ਰਿਵਰ। ਗ੍ਰੇਟ ਥਿੰਗ। ਔਰ ਮੈਂ ਨਰਮਦਾ ਨੂੰ ਸਾਫ਼ ਰੱਖਣਾ ਚਾਹੁੰਦਾ ਹੈਗਾ। ਉਹ ਜੋ ਵੀ ਅਸੀਂ ਜੋ ਸੁਣਦੇ ਚਾਹੁੰਦੇ ਹੈਗੇ ਜਾਂ ਉਹਨਾਂ ਨੇ ਸਾਰੀ ਪ੍ਰੋਮਿਸ ਕੀਤੀ। ਪਰ ਐਂਡ ਵਿੱਚ ਇੱਕ ਗੱਲ ਕਹਿੰਦੇ ਲੇਕਿਨ ਜਦ ਵਿਕਾਸ ਦੀ ਗੱਲ ਆਉਂਦੀ ਹੈ ਤਾਂ ਮੈਂ ਕਨਫਿਊਜ਼ ਹੋ ਜਾਂਦਾ। ਵਿਕਾਸ ਮਤਲਬ GDP।
मैं अपनी ਪ੍ਰੈਜੈਂਟੇਸ਼ਨ 'ਚ ਕਿਹਾ ਕਿ ਸਰ ਮੈਂ ਤਾਂ ਵਿਕਾਸ ਦਾ ਤੁਹਾਨੂੰ ਜਵਾਬ ਦੇ ਦਿੰਦਾ, ਪਰਹੈਪਸ ਇਟ ਵਿਲ ਹੈਲਪ ਯੂ। ਜੇ ਤੁਸੀਂ ਵਿਕਾਸ ਕਰਨਾ ਚਾਹੁੰਦੇ ਹੋ ਨਾ ਤਾਂ ਨਦੀ ਨੂੰ ਤੁਸੀਂ ਗੰਦਾ ਕਰੋ, ਜਿੰਨਾ ਤੁਸੀਂ ਨਦੀ ਨੂੰ ਗੰਦਾ ਕਰੋਗੇ ਉਨਾ ਤੁਹਾਡਾ ਵਿਕਾਸ ਜ਼ਿਆਦਾ ਹੋਏਗਾ। ਨਾ ਡੋਂਟ ਗੈਟ ਮੀ ਰੋਂਗ, ਉਹਦਾ ਤਰੀਕਾ ਇਹ ਹੈ ਕਿ ਪਹਿਲੇ ਤੁਸੀਂ ਇੰਡਸਟਰੀ ਲਗਾਈ, ਜਿਹੜੀ ਪੋਲੂਟਿੰਗ ਇੰਡਸਟਰੀ, ਜਿਹੜਾ ਬੁੱਧਾ ਨਾਲਾ ਦੇ ਆਸ-ਪਾਸ ਜਾਂ ਲੁਧਿਆਣੇ 'ਚ ਆਪਾਂ ਇੰਡਸਟਰੀ ਲਗਾਈ ਹੈ, ਉਹ GDP ਵੱਧ ਗਈ। ਜਦੋਂ GDP ਵੱਧ ਗਈ ਤਾਂ ਪੋਲੂਸ਼ਨ ਜਿਹੜਾ ਆਇਆ, ਗੰਦਾ ਨਾਲਾ ਹੋਇਆ ਤੁਹਾਡਾ, ਤੁਸੀਂ ਕਹਿ ਹੀ ਰਹੇ ਹੋਗੇ ਕਿ ਬਈ ਇਹ ਤਾਂ ਇਟ ਇਜ਼ ਅ ਕਾਈਂਡ ਆਫ ਜਿਹੜਾ ਕਾਲਾ ਪਾਣੀ ਦੀ ਸਜ਼ਾ ਤਾਂ ਇੱਥੇ ਲੋਕਾਂ ਨੂੰ ਮਿਲ ਰਹੀ ਹੈਗੀ ਹੈ, ਤਾਂ ਕਾਲਾ ਪਾਣੀ ਹੋ ਗਿਆ ਹੈਗਾ। ਫਿਰ ਤੁਸੀਂ ਉਹਨੂੰ 1000 ਕਰੋੜ ਰੁਪਏ ਦਾ ਪ੍ਰੋਜੈਕਟ ਲੈ ਕੇ ਆਓਗੇ ਸਾਫ਼ ਕਰਨ ਵਾਸਤੇ, ਉਹ GDP ਫਿਰ ਵੱਧ ਗਈ। ਜਦ ਤੁਸੀਂ ਉਹ ਪਾਣੀ ਪੀਂਦੇ ਹੋ ਬੁੱਧਾ ਨਾਲਾ ਦਾ ਤਾਂ ਓਬਵੀਅਸਲੀ ਯੂ ਫਾਲ ਸਿਕ, ਹਾਂਜੀ, ਤੁਸੀਂ ਡਾਕਟਰ ਕੋਲ ਗਏ, ਡਾਕਟਰ ਨੇ ਫੀਸ ਲਈ, ਤੁਸੀਂ ਫੀਸ ਦਿੱਤੀ, GDP ਫਿਰ ਵੱਧ ਗਈ। ਤਾਂ 3 ਵਾਰੀ ਤੁਸੀਂ ਗੰਦਾ ਨਾਲਾ ਕਰਦੇ ਹੋ, ਨਾਲਾ ਨਦੀ ਗੰਦੀ ਕਰਦੇ ਹੋ, ਤਾਂ ਤੁਹਾਡੀ GDP 3 ਵਾਰ ਵੱਧ ਜਾਂਦੀ ਹੈ। ਸੋ ਪਾਲਿਸੀ ਮੇਕਰਸ ਹੈਵ ਨੋ ਇੰਟਰਸਟ, ਉਹ ਤਾਂ GDP ਵਧਾਉਣੀ ਚਾਹੁੰਦੇ ਸਾਰੇ, ਔਰ ਕਿਸੇ ਨੂੰ ਕੋਈ, ਤਾਂ ਹੀ ਤੁਸੀਂ ਦੇਖਦੇ ਹੋ ਕਿ ਬਈ ਇੱਕ ਵਾਰੀ ਕੋਈ ਚੀਫ ਮਿਨਿਸਟਰ ਬੋਲ ਆਉਂਦਾ ਕਿ ਬਈ ਅਸੀਂ ਇਸ ਸ਼ੂਗਰ ਮਿਲ ਤੋਂ ਪੋਲੂਸ਼ਨ ਨਹੀਂ ਹੋਣ ਦੇਵਾਂਗੇ, ਉਹਦੇ ਬਾਅਦ ਉਹਦੇ ਉੱਪਰ ਗੱਲ ਹੀ ਨਹੀਂ ਹੁੰਦੀ ਕਦੀ, ਬਿਕੋਜ਼ ਨੋਬਡੀ ਵਾਂਟਸ ਟੂ ਟੱਚ ਦੈਟ ਦੈਟ ਇਨਵੈਸਟਮੈਂਟ ਜਿਹਦੇ ਨਾਲ GDP ਵੱਧਦੀ ਹੈਗੀ ਹੈ। ਸੋ ਵੀ ਬਿਲੀਵ ਇਨ ਦੈਟ। ਮੇਰਾ ਸਬਮਿਸ਼ਨ ਸਿਰਫ ਤੁਹਾਡੇ ਸਾਹਮਣੇ ਹੈ ਕਿ ਲੈਟ ਅਸ ਲੁੱਕ ਬਿਯੋਂਡ ਦੈਟ ਐਂਡ ਟੂ ਸੀ ਵੇਅਰ ਡਜ਼ ਇਟ ਨੈਰੋ ਡਾਊਨ ਟੂ। ਅਗਰ ਅੱਜ ਦੁਨੀਆ ਦਾ ਕਲਾਈਮੇਟ ਚੇਂਜ ਵੀ ਹੋ ਰਿਹਾ ਹੈਗਾ, ਉਹ ਵੀ GDP ਇਜ਼ ਅ ਬਿਗੇਸਟ ਪਲੇਅਰ ਇਨ ਦੈਟ ਕਲਾਈਮੇਟ ਚੇਂਜ, ਲੇਕਿਨ ਉਹਨੂੰ ਵੀ ਚੇਂਜ ਕਰਨ ਵਾਸਤੇ ਜਾਂ ਬੋਲਣ ਵਾਸਤੇ ਹੁਣ ਕੁਝ ਲੋਕੀ ਦੁਨੀਆ ਵਿੱਚ ਹਿੰਮਤ ਕਰ ਪਾ ਰਹੇ ਹੈ, ਜੋ ਚੈਲੰਜ ਕਰ ਰਹੇ ਹੈ ਕਿ ਇਕਨੋਮਿਕ ਗਰੋਥ ਇਜ਼ ਦੀ ਮੇਨ ਰੀਜ਼ਨ ਫॉर ਦੀ ਕਲਾਈਮੇਟ ਡਿਬੈਕਲ ਜਿਹੜਾ ਦੁਨੀਆ 'ਚ ਫੇਸ ਹੋ ਰਿਹਾ ਹੈਗਾ। ਸੋ ਇਹ ਅੱਛੀ ਗੱਲ ਹੈ। ਦੀ ਪੁਆਇੰਟ ਆਮ ਟ੍ਰਾਈਂਗ ਟੂ ਮੇਕ ਕਿ ਜਿਹੜੇ ਉਹ ਗੱਲ ਕਹਿ ਰਹੇ ਉਹ ਆਪਾਂ ਵੀ ਕਰ ਸਕਦੇ ਹੈਗੇ। I think each one of us also has a responsibility। ਇਹ ਨਹੀਂ ਹੈ ਕਿ ਸਿਰਫ ਤੁਹਾਡਾ ਜਿਹੜਾ ਫੋਕਸ ਹੈਗਾ ਇਸੀ ਰਿਵਰ ਦੇ ਨਾਲ ਖਤਮ ਹੋ ਜਾਏਗਾ ਜਾਂ ਤੁਸੀਂ ਸੋਚੋਗੇ ਦੁਨੀਆ ਸਾਫ਼ ਹੋ ਜਾਏਗੀ, ਨਹੀਂ। ਬਿਕੋਜ਼ ਜਦ ਤੱਕ ਅਸੀਂ ਜਿੱਥੇ ਜੈਨੇਸਿਸ ਹੈਗਾ, ਜਿੱਥੇ ਉਹਦਾ ਮੇਨ ਰੀਜ਼ਨ ਹੈਗਾ, ਉਹਨੂੰ ਅਸੀਂ ਟੈਕਲ ਕਰਨਾ ਨਹੀਂ ਚਾਹਾਂਗੇ ਜਾਂ ਨਹੀਂ ਅਸੀਂ ਸਾਡੇ ਐਫਰਟ ਨਾਲ। ਔਰ ਇਹ ਨਾ ਸੋਚੋ ਕਿ ਵੀ ਤੁਹਾਡੇ ਐਫਰਟ ਨਾਲ ਉਹ ਗੱਲ ਨਹੀਂ ਜਾਂਦੀ ਹੈਗੀ। ਮੇਰਾ ਮੰਨਣਾ ਹੈ ਕਿ ਹਰੇਕ ਆਦਮੀ ਦਾ, ਉਹ ਕਿਸੇ ਨੇ ਕਿਹਾ, शाहरुख खान ने भी एक पिक्चर से किया हैगा कि अगर आप एक बार अच्छी नीयत से सोच लो तो सारी कायनात उसके ऊपर काम करना चाहती है और वो करेगी उसके ऊपर। मैं इस गल 'ਚ विश्वास करदा कि भाई तुसी अपनी एक छोटी जी गल भी करोगे, सेंसीबल कोई भी गल करोगे, तो उहदे नाल एक एनवायरनमेंट बिल्डअप होता है एंड वी सी टू इट कि भाई the change that we are aspiring कि दुनिया 'ਚ ਹੋਏ ਉਹ ਉਹਦੇ ਨਾਲ ਹੀ ਹੋਏਗੀ। Now couple of things before I leave this dais। ਐਗਰੀਕਲਚਰ ਵਿੱਚ ਸਾਨੂੰ ਕੀ ਕਰਨ ਦੀ ਜ਼ਰੂਰਤ ਹੈਗੀ ਹੈ ਪੰਜਾਬ ਵਿੱਚ। ਬਹੁਤ ਸਾਰੀ ਗੱਲਾਂ ਆਪਾਂ ਸੁਣੀਆਂ ਹੋਈਆਂ, ਮੈਂ ਉਹਨੂੰ ਰਿਪੀਟ ਕਰਾਂਗਾ। ਇਟ ਵੋਂਟ ਬੀ ਪਰਫੈਕਟ, ਲੇਕਿਨ ਫਿਰ ਵੀ ਆਈ ਥਿੰਕ ਦੇਰ ਇਜ਼ ਨੋ ਅਦਰ ਚੋਇਸ, ਕਿਉਂਕਿ ਪਹਿਲੀ ਗੱਲ ਤਾਂ ਹੈ ਕਿ ਸਾਡਾ ਜਿਹੜਾ ਕ੍ਰੌਪਿੰਗ ਪੈਟਰਨ ਹੈਗਾ, ਮੈਨੂੰ ਲੱਗਦਾ ਕਿ ਅੱਗੇ ਤੋਂ ਆਪਾਂ ਜਦ ਵੀ ਕੋਈ ਸਾਇੰਟੀਫਿਕ ਕੋਈ ਵੈਰਾਈਟੀ ਰਿਲੀਜ਼ ਕਰਦੇ ਹੈਗੇ ਆ ਸਾਇੰਟੀਫਿਕ ਸਿਸਟਮ ਦੇ ਵਿੱਚੋਂ, ਤਾਂ ਆਈ ਥਿੰਕ ਵੀ ਸ਼ੁੱਡ ਆਲ ਬੀ ਲੁਕਿੰਗ ਐਟ ਇਟਸ ਵਾਟਰ ਕੰਜ਼ੰਪਸ਼ਨ। ਬਹੁਤ ਜ਼ਰੂਰੀ ਹੈਗਾ ਕਿ ਅਸੀਂ ਅੱਜ ਤੱਕ ਪ੍ਰੋਡਕਟਿਵਿਟੀ ਦੀ ਗੱਲ ਕੀਤੀ ਹੈ, ਬਟ ਵੀ ਹੈਵਨਟ ਟਾਕਡ ਅਬਾਊਟ ਵਾਟਰ ਕੰਜ਼ੰਪਸ਼ਨ। ਔਰ ਵਾਟਰ ਕੰਜ਼ੰਪਸ਼ਨ ਜਦ ਤੱਕ ਅਸੀਂ ਰਿਲੇਟ ਨਹੀਂ ਕਰਾਂਗੇ, ਆਈ ਥਿੰਕ ਦੈਟ ਇਜ਼ ਸਮਥਿੰਗ ਵੀ ਆਲ ਮਸਟ ਅੰਡਰਸਟੈਂਡ, ਸਪੈਸ਼ਲੀ ਇਨ ਦੀ ਕੰਟੈਕਸਟ ਆਫ ਜਦ ਮੈਂ ਆਈ ਐਮ ਏ ਪਲਾਂਟ ਬਰੀਡਰ ਬਾਈ ਟ੍ਰੇਨਿੰਗ। ਮੈਂ ਵੀ ਥੋੜ੍ਹੀ ਸਮਝਦਾ ਹਾਂ ਕਿ ਵੀ ਕੀ ਸਾਇੰਟੀਫਿਕ ਰਿਸਰਚ ਹੁੰਦੀ ਹੈ, ਬਰੀਡਿੰਗ ਕਿਸ ਗੱਲ 'ਤੇ ਕਰਦੇ ਹੈਗੇ ਆ। ਬਟ ਲੈਟਸ ਬੀ ਵੈਰੀ ਕਲੀਅਰ, ਜਦ ਅਸੀਂ ਬਰੀਡਿੰਗ ਕਰਦੇ ਹੈਗੇ ਆ ਤਾਂ ਵੀ ਆਰ ਐਕਚੁਅਲੀ ਲੁਕਿੰਗ ਫॉर ਹਾਇਰ ਪ੍ਰੋਡਕਟਿਵਿਟੀ, ਜੋ ਅਸੀਂ ਜਾਣਦੇ ਹੀ ਹੈਗੇ ਆ। ਜਦ ਪ੍ਰੋਡਕਟਿਵਿਟੀ ਇਨਕਰੀਜ਼ ਹੁੰਦੀ ਹੈ ਤਾਂ ਇਨਵਰਸਲੀ ਪ੍ਰਪੋਰਸ਼ਨੇਟ ਅਸੀਂ ਦੇਖਦੇ ਹਾਂ ਨਿਊਟ੍ਰੀਸ਼ਨ ਫਾਲ ਹੁੰਦਾ ਹੈ। ਸੋ ਦਿਸ ਇਜ਼ ਸਮਥਿੰਗ ਦੈਟ ਵੀ ਆਲ ਨੋ। ਪਰ ਮੈਨੂੰ ਲੱਗਦਾ ਕਿ ਉਹ ਨਿਊਟ੍ਰੀਸ਼ਨ ਫਾਲ ਹੈਗਾ, ਉਹਨੂੰ ਕਈ ਤਰੀਕੇ ਨਾਲ ਅਸੀਂ ਐਡਰੈਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਫੋਰਟੀਫਿਕੇਸ਼ਨ ਇਜ਼ ਵਨ ਆਫ ਦੈਮ ਐਂਡ ਆਈ ਐਮ ਗਲੈਡ, ਅਗਰ ਤੁਸੀਂ ਅੱਜ ਇੱਕ ਰਿਪੋਰਟ ਦੇਖੋ, ਇਟ ਹੈਜ਼ ਕਮ ਆਊਟ, ਇਟ ਹੈਜ਼ ਸ਼ੌਕ ਦੀ ਨੇਸ਼ਨ, ਕਿ ਜਿਹਨੂੰ ਪੰਜਾਬ ਸਰਕਾਰ ਵੀ ਪੁਸ਼ ਕਰ ਰਹੀ ਹੈ ਐਜ਼ ਫੋਰਟੀਫਿਕੇਸ਼ਨ ਐਜ਼ ਅ ਸੋਲੂਸ਼ਨ। ਉਹ ਕਹਿੰਦਾ ਕਿ ਉਹਦੇ ਜਿਹੜੇ ਉਹਨਾਂ ਨੇ ਪਾਇਲਟ ਪ੍ਰੋਜੈਕਟ ਕਰਨੇ ਸੀਗੇ ਉਹੀ ਨਹੀਂ ਹੋਏ ਸੀਗੇ, ਐਂਡ ਯੈਟ ਇਟ ਵਾਜ਼ ਪੁਸ਼ਡ ਐਂਡ ਯੈਟ ਦੀ ਐਂਟਾਇਰ ਸਿਸਟਮ ਗੋਜ਼ ਐਨ ਐਪਰੀਸ਼ੀਏਟਿੰਗ ਕਿ ਫੋਰਟੀਫਿਕੇਸ਼ਨ ਬਹੁਤ ਜ਼ਰੂਰੀ ਹੈ। ਇਹ ਜਿਹੜਾ ਸਾਡੇ ਮਾਈਂਡ ਸੈਟ ਬਣ ਚੁੱਕੇ ਆ ਨਾ ਕਿ ਇਹ ਤਰੀਕੇ ਸਾਡੇ ਨਾਲ ਬਹੁਤ ਜ਼ਰੂਰੀ ਹੈਗੇ ਆ, ਆਈ ਥਿੰਕ ਉਹਨਾਂ ਨੂੰ ਵੀ ਕਦੀ ਅਸੀਂ ਦੇਖਣ ਦੀ ਕੋਸ਼ਿਸ਼ ਕਰੀਏ ਕਿ ਆਰ ਦੇ ਦੀ ਰਾਈਟ ਵੇ ਫਾਰਵਰਡ ਔਰ ਨਾਟ, ਔਰ ਆਰ ਵੀ ਐਡਿੰਗ ਔਨ ਟੂ ਦੀ ਪ੍ਰੋਬਲਮਸ। ਮੈਂ ਪਾਣੀ ਦੀ ਗੱਲ ਇਸ ਕਰ ਰਿਹਾ ਸੀਗਾ ਕਿ ਜਦ ਅਸੀਂ ਬਰੀਡਿੰਗ ਕਰਦੇ ਹੈਗੇ ਆ ਤਾਂ ਵੀ ਮਸਟ ਨਾਓ ਆਲਸੋ ਟਰਾਈ ਟੂ ਅਸਰਟੇਨ ਕਿ ਉਹਦਾ ਪਾਣੀ ਦੀ ਰਿਕੁਆਇਰਮੈਂਟ ਕਿੰਨੀ ਹੈ। ਫॉर ਇੰਸਟੈਂਸ ਇਫ ਯੂ ਲੁੱਕ ਇਨਟੂ ਹਾਈ ਯੀਲਡਿੰਗ ਵੈਰਾਈਟੀਜ਼ ਆਫ ਲੈਟਸ ਸੇ ਪੈਡੀ ਐਂਡ ਦੀ ਹਾਈਬ੍ਰਿਡ ਵੈਰਾਈਟੀਜ਼ ਆਫ ਪੈਡੀ, ਦੋਨਾਂ ਦੀ ਪਾਣੀ ਦੀ ਕੰਜ਼ੰਪਸ਼ਨ ਦਾ ਕਿੰਨਾ ਫਰਕ ਹੈ, ਆਈ ਥਿੰਕ ਸਾਇੰਟਿਸਟ ਕੈਨ ਟੈਲ ਅਸ। ਜਦ ਤੁਸੀਂ ਹਾਈਬ੍ਰਿਡ ਪ੍ਰਮੋਟ ਕਰਦੇ ਹੋ ਤਾਂ ਯੂ ਆਰ ਐਕਚੁਅਲੀ ਪ੍ਰਮੋਟਿੰਗ ਹਾਇਰ ਵਾਟਰ ਕੰਜ਼ੰਪਸ਼ਨ ਆਲਸੋ। ਔਰ ਉਹ ਵਾਟਰ ਕੰਜ਼ੰਪਸ਼ਨ ਬੜਾ ਅਫਸੋਸ ਹੈ ਕਿ ਸਾਡੇ ਪੰਜਾਬ ਵਿੱਚ ਤਾਂ ਅਸੀਂ ਹਾਈ ਯੀਲਡਿੰਗ ਵੈਰਾਈਟੀ ਲਗਾਉਂਦੇ ਹੈਗੇ, ਇੰਪਰੂਵਡ ਵੈਰਾਈਟੀਜ਼ ਲਗਾਉਂਦੇ ਹੈਗੇ। ਇਫ ਯੂ ਗੋ ਟੂ ਸਦਰਨ ਇੰਡੀਆ, ਉੱਥੇ ਹਾਈਬ੍ਰਿਡ ਲੱਗਦੀ ਹੈਗੀ, ਹਾਈਬ੍ਰਿਡ ਰਾਈਸ, ਹਾਈਬ੍ਰਿਡ ਸੌਰਗਮ, ਹਾਈਬ੍ਰਿਡ ਕਾਟਨ, ਹਾਈਬ੍ਰਿਡ ਵੈਜੀਟੇਬਲਸ, ਮਤਲਬ ਹਰ ਚੀਜ਼ ਉੱਥੇ ਹਾਈਬ੍ਰਿਡ ਲੱਗਦੀ ਹੈਗੀ ਹੈ। ਇਨ ਦੋਜ਼ ਏਰੀਆਜ਼ ਵੇਅਰ ਯੂ ਰਿਕੁਆਇਰ ਟੂ ਸੇਵ ਵਾਟਰ, ਵੀ ਆਰ ਐਕਚੁਅਲੀ ਬ੍ਰਿੰਗਿੰਗ ਇਨ ਦੋਜ਼ ਸੀਡਸ ਵਿਚ ਰਿਕੁਆਇਰ ਮੋਰ ਵਾਟਰ।
ਇਹ ਸਿਸਟਮ ਚੱਲਦਾ ਆ ਰਿਹਾ ਐਂਡ ਨੋਬਡੀ ਵਿਲ ਪੁਆਇੰਟ ਟੂ ਇਟ ਬਿਕੋਜ਼ ਇਹ 'ਚ ਤੁਹਾਨੂੰ ਜਿਸ ਤਰ੍ਹਾਂ ਪਹਿਲੇ ਮੈਂ ਕਹਿ ਰਿਹਾ ਸੀਗਾ GDP ਵੱਧਦੀ ਹੈ everyone is happy ਕਿ ਬਈ ਇਹ ਕੰਪਨੀਆਂ ਦਾ ਜਿੰਨਾ ਆਊਟਪੁੱਟ बढ़ेगा ਜਾਂ ਸੇਲ ਜਿੰਨੀ ਹੋਏਗੀ ਉਹਨਾਂ ਉਹ GDP ਵਿੱਚ ਐਡ ਹੁੰਦੀ ਸੋ ਆਵਰ ਇੰਟਰਸਟ ਇਜ਼ ਓਨਲੀ ਟੂ ਸੀ ਇਨਵੈਸਟਮੈਂਟ ਕਿੰਨੀ ਆਈ ਹੈ ਉਹਦੇ ਨਾਲ GDP ਦਾ ਕਿੰਨਾ ਇਜ਼ਾਫਾ ਹੋਇਆ ਬਟ ਵੀ ਆਰ ਨਾਟ ਲੁਕਿੰਗ ਇਨਟੂ ਇਟ ਕਿ ਸਾਡਾ ਜਿਹੜਾ ਰੇਗਿਸਤਾਨ ਹੈ ਹਿੰਦੁਸਤਾਨ ਦਾ ਉਹ ਜਾਂ ਜਿਹੜੇ ਰੇਨਫੈਡ ਏਰੀਆਜ਼ ਹੈਗੇ ਨਾਟ ਰੇਗਿਸਤਾਨ ਬਟ ਰੇਨਫੈਡ ਏਰੀਆਜ਼ ਜਿਹੜੇ ਹੈਗੇ ਆ ਉਹਨਾਂ 'ਚ ਤਾਂ ਪਾਣੀ ਬਚਾਉਣ ਦੀ ਜ਼ਰੂਰਤ ਹੈਗੀ ਹੈ ਨਾ ਕਿ ਪਾਣੀ ਜ਼ਿਆਦਾ ਉਪਯੋਗ ਕਰਨ ਦੀ ਜ਼ਰੂਰਤ ਹੈਗੀ ਹੈ ਐਜ਼ ਫਾਰ ਐਜ਼ ਐਗਰੀਕਲਚਰ ਕ੍ਰੌਪਿੰਗ ਸਿਸਟਮ ਇਜ਼ ਕੰਸਰਨ ਆਈ ਥਿੰਕ ਵੀਲ ਹੈਵ ਟੂ ਰੀ ਲੁੱਕ ਐਟ ਦੈਟ ਪਰਟੀਕੂਲਰ ਆਸਪੈਕਟ ਉਹ ਤਾਂ ਉਹਨਾਂ ਦੀ ਗੱਲਾਂ ਤੇ ਹੋ ਗਿਆ ਲੇਕਿਨ ਈਵਨ ਅਦਰਵਾਈਜ਼ ਵੀ ਵਿਲ ਹੈਵ ਟੂ ਸੀ ਕਿ ਸਾਡਾ ਜਿਹੜਾ ਪਾਣੀ ਦੀ ਇੱਕ ਸਟੇਟ ਦੀ ਜਾਂ ਦੂਜੀ ਸਟੇਟ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਉਹ ਕਿੰਨਾ ਕਰੀਏ ਲੇਕਿਨ ਲੈਟ ਅਸ ਨਾਟ ਗੋ ਔਨ ਕੰਪਲੀਟ ਰੈਪਲੀਕੇਟਿੰਗ ਦੈਟ ਮਿਸਟੇਕ ਅਗੇਨ ਐਂਡ ਅਗੇਨ ਹੁਣ ਦੇਖੋ ਨਾ ਪੰਜਾਬ ਵਿੱਚ ਤਾਂ ਸਾਨੂੰ ਪਤਾ ਹੈ ਕਿ ਵੀ ਪਹਿਲੇ ਪਾਣੀ ਹੁੰਦਾ ਸੀਗਾ ਜੇ ਪਾਣੀ ਹੁੰਦਾ ਸੀਗਾ ਆਪਾਂ ਪੈਡੀ ਤੇ ਜ਼ੋਰ ਦਿੱਤਾ ਪੈਡੀ ਨੇ ਪੰਜਾਬ ਦਾ ਕੀ ਹਾਲ ਕਰਤਾ ਸਭ ਆਪਾਂ ਜਾਣਦੇ ਹਾਂ ਹੁਣ ਅਸੀਂ ਕਹਿੰਦੇ ਕਿ ਪੈਡੀ ਵਿਲ ਬੀ ਗਰੋਨ ਇਨ ਦੀ ਨਾਰਥ ਈਸਟ ਕਿਆ ਨਾਰਥ ਈਸਟ 'ਚ ਨਹੀਂ ਪ੍ਰੋਬਲਮ ਚਾਹੇਗਾ ਲੇਕਿਨ ਸਾਨੂੰ ਪਾਲਿਸੀ ਐਜ਼ ਅ ਵਾਇਰ ਵੀ ਸੋ ਐਕਸਾਈਟਿਡ ਅਬਾਊਟ ਇਟ ਕਿ ਵੀ ਇਹ ਪੰਜਾਬ ਦਾ ਪ੍ਰੋਬਲਮ ਅਸੀਂ ਟ੍ਰਾਂਸਲੋਕੇਟ ਕਰਤਾ ਇਨ ਨਾਰਥ ਈਸਟ ਸੋ ਵੀ ਆਰ ਹੈਪੀ we should not be happy because planet as the Director General of UNSSC had said कि planet is one so Hindustan भी तो एक है ना let us try to see we don't replicate the same mistake from one state to the another state so ਇਹ ਵੀ ਸਾਨੂੰ ਆਪਣੇ ਪਾਲਿਸੀਜ਼ ਨੂੰ ਰੀਡਰਾ ਕਰਨਾ ਪਏਗਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ ਕਿ ਪਾਣੀ ਦੀ ਰਿਕੁਆਇਰਮੈਂਟ ਤੇ ਕੀ ਹੋਣਾ ਚਾਹੀਦਾ ਹੈਗਾ ਐਂਡ ਆਲਸੋ ਲੈਟ ਅਸ ਨਾਟ ਫੋਰਗੇਟ ਕਿ ਜਦ ਆਪਾਂ ਇਹ ਸਾਰਾ ਕੁਝ ਕਰਦੇ ਹੈਗੇ ਆ ਤਾਂ ਇੱਕ ਫੈਕਟਰ ਜਿਹੜਾ ਕਿ ਡਾਕਟਰ ਜੌਲ ਬਹੁਤ ਸਾਲ ਤੋਂ ਬੋਲਦੇ ਆ ਰਹੇ ਸੀਗੇ ਕਿ ਜਦ ਅਸੀਂ ਆਪਣਾ ਪੈਡੀ ਔਰ ਵੀਟ ਐਕਸਪੋਰਟ ਕਰਦੇ ਹਾਂ ਤਾਂ ਵੀ ਲਿਟਰਲੀ ਐਕਸਪੋਰਟ ਵਾਟਰ ਪਰ ਕਦੀ ਨਹੀਂ ਮੈਂ ਦੇਖਿਆ ਕਿ ਇਸ ਚਰਚਾ ਨੂੰ ਇਸ ਲੈਵਲ ਤੇ ਅਸੀਂ ਲੈ ਕੇ ਆਈਏ ਕਿ ਬਈ ਵਾਈ ਔਰ ਹਾਊ ਵੀ ਕੈਨ ਕੰਟਰੋਲ ਦੈਟ ਸਿਚੁਏਸ਼ਨ ਕਿ ਅਸੀਂ ਪਾਣੀ ਐਕਸਪੋਰਟ ਕਰ ਰਹੇ ਹੈਗੇ ਇੱਕ ਤਰਫ ਤਾਂ ਤੁਸੀਂ ਕਹਿੰਦੇ ਹੋ ਕਿ ਪੈਡੀ ਤੁਹਾਡਾ ਜਿਹੜਾ ਹੈਗਾ ਪਾਣੀ ਖਾ ਰਹੀ ਹੈ ਔਰ ਪੈਡੀ ਬਲਕ ਆਫ ਇਟ ਅਸੀਂ ਜਾਣਦੇ ਹਾਂ ਕਿ ਪੰਜਾਬ 'ਚ ਘੱਟ ਕੰਜ਼ੰਪਸ਼ਨ ਹੁੰਦੀ ਹੈ ਬਲਕ ਆਫ ਇਟ ਇਜ਼ ਗੋਇੰਗ ਆਊਟਸਾਈਡ ਦੀ ਸਟੇਟ ਤਾਂ ਯੂ ਆਰ ਲਿਟਰਲੀ ਐਕਸਪੋਰਟਿੰਗ ਵਾਟਰ ਔਰ ਲਿਟਰਲੀ ਐਕਸਪੋਰਟਿੰਗ ਵਾਟਰ ਤੇ ਇੰਨੇ ਸਾਲਾਂ ਤੋਂ ਅਸੀਂ ਇਹ ਗੱਲ ਸੁਣਦੇ ਆ ਰਹੇ ਕਿ ਇੰਨਾ ਪਾਣੀ ਐਕਸਪੋਰਟ ਹੋ ਰਿਹਾ ਬਟ ਵੇਅਰ ਇਜ਼ ਦੀ ਡਿਬੇਟ ਵੇਅਰ ਇਜ਼ ਦੀ ਐਕਸ਼ਨ ਔਨ ਦੈਟ ਕਿ ਵੇਅਰ ਇਜ਼ ਦੀ ਆਲਟਰਨੇਟਿਵ ਟੂ ਦੈਟ ਕਿ ਵੀ ਆਪਾਂ ਪੰਜਾਬ ਜਿਹੜਾ ਹੈਗਾ ਉਹ ਨਹੀਂ ਭੇਜੇਗਾ ਉਹ ਅਗੇਨ ਬਿਕੋਜ਼ ਵੀ ਥਿੰਕ ਕਿ ਪੰਜਾਬ ਵਾਸਤੇ ਉਹੀ ਇੱਕ ਰੈਵਨਿਊ ਦਾ ਸੋਰਸ ਹੈਗਾ ਐਂਡ ਸੋ ਵੀ ਆਰ ਵੈਰੀ ਐਕਸਾਈਟਿਡ ਅਬਾਊਟ ਕਿ ਉਹਨੂੰ ਬੜਾ ਕੇ ਅਸੀਂ ਕਰਨਾ ਹੈਗਾ ਬਟ ਆਈ ਥਿੰਕ ਮੇਰਾ ਸਿਰਫ ਇਹ ਕਹਿੰਦਾ ਸੀਗਾ ਕਿ ਇਨ ਟੋਟੈਲਿਟੀ ਅਗਰ ਅਸੀਂ ਇੱਕ ਹੋਲਿਸਟਿਕ ਤਰੀਕੇ ਨਾਲ ਅਗਰ ਅਸੀਂ ਆਪਣੀ ਪਾਲਿਸੀਜ਼ ਨੂੰ ਰੀਡਰਾ ਕਰੀਏ ਤਾਂ ਪਰਹੈਪਸ ਵੀ ਵੁੱਡ ਬੀ ਏਬਲ ਟੂ ਗੈਟ ਆਊਟ ਆਫ ਦਿਸ ਕ੍ਰਾਈਸਿਸ ਦੈਟ ਵੀ ਆਰ ਆਲਰੇਡੀ ਇਨ ਲੇਕਿਨ ਸਭ ਤੋਂ ਬੜੀ ਗੱਲ ਇਹ ਹੈਗੀ ਕਿ ਵੀ ਲੈਟ ਅਸ ਐਕਸੈਪਟ ਵੈਰੀ ਕਲੀਅਰਲੀ ਕਿ ਜਿਹੜਾ ਇਕਨੋਮਿਕ ਡਿਜ਼ਾਈਨ ਹੈਗਾ ਦੁਨੀਆ ਦਾ ਇਟ ਇਜ਼ ਬੇਸਡ ਔਨ ਐਕਸਪਲੋਇਟੇਸ਼ਨ ਆਫ ਨੈਚੁਰਲ ਰਿਸੋਰਸਿਸ ਹੁਣ ਇੱਕ ਲੇਟੈਸਟ UN ਟੀਬ ਦੀ ਸਟੱਡੀ ਆਈ ਹੈਗੀ ਟੀਬ ਮੀਨਸ ਦੀ ਇਕਨੋਮਿਕਸ ਆਫ ਈਕੋਸਿਸਟਮਸ ਐਂਡ ਬਾਇਓਡਾਇਵਰਸਿਟੀ ਉਹ ਅੱਜ ਔਰ ਬਾਇਓਡਾਇਵਰਸਿਟੀ ਡੇ ਵੀ ਹੈ ਅੱਜ ਟੀਬ ਦੀ ਰਿਪੋਰਟ ਅਪ੍ਰੈਲ ਵਿੱਚ ਆਉਂਦੀ ਹੈ ਔਰ ਉਹ ਕਹਿੰਦੀ ਹੈ ਕਿ ਦੁਨੀਆ ਦੀ ਇੰਡਸਟਰੀ ਨੂੰ ਜਿਹੜੀ ਫ੍ਰੀ ਵੀ ਦਿੱਤੀ ਗਈ ਹੈਗੀ ਹੈ ਦੈਟ ਇਜ਼ 7.3 ਟ੍ਰਿਲੀਅਨ ਡਾਲਰਸ ਏ ਈਅਰ 7.3 ਟ੍ਰਿਲੀਅਨ ਡਾਲਰਸ ਦੇ ਅਸੀਂ ਉਹਨਾਂ ਨੂੰ ਨੈਚੁਰਲ ਰਿਸੋਰਸਿਸ ਫ੍ਰੀ ਆਫ ਕਾਸਟ ਦੇ ਰਹੇ ਹੈਗੇ ਅਗਰ ਇਹ ਵਿਡਰਾ ਕੀਤਾ ਜਾਏ ਤਾਂ ਜਿੰਨਾ ਵੀ ਪ੍ਰੋਫਿਟ ਤੁਸੀਂ ਦੇਖਦੇ ਹੋ ਕਾਰਪੋਰੇਟ ਦਾ ਹੈਗਾ ਉਹ ਕਲੈਪਸ ਕਰ ਜਾਂਦਾ ਹੈ ਸੋ ਇਟ ਇਜ਼ ਵੈਰੀ ਕਲੀਅਰ ਕਿ ਸਾਰਾ ਸਿਸਟਮ ਜਿਹੜਾ ਹੈਗਾ ਉਹ ਇੰਨੇ ਮੈਸਿਵ ਸਬਸਿਡੀ ਦੇ ਉੱਪਰ ਬਿਲਟ ਹੈਗਾ ਉਹ ਜਿਹੜਾ 7.3 ਟ੍ਰਿਲੀਅਨ ਡਾਲਰ ਹੈਗਾ ਜਿਹੜਾ ਜਾ ਰਿਹਾ ਉਹਨਾਂ ਕੋਲ ਕੰਪਨੀਆਂ ਕੋਲ ਉਹ ਅਸੀਂ ਤੁਸੀਂ ਨੇ ਕਦੀ ਸਵਾਲ ਨਹੀਂ ਕੀਤਾ ਕਿਉਂਕਿ ਦੈਟ ਇਜ਼ ਬੇਸਿਕਲੀ ਆਵਰ ਰਿਸੋਰਸ that is basically people's resource ਜੋ ਉਹਨਾਂ ਨੂੰ ਦਿੱਤਾ ਜਾ ਰਿਹਾ ਹੈਗਾ and we as a community or as a humanity ਅਸੀਂ ਚੁੱਪ ਰਹੇ ਹੈਗੇ ਆ because we also believe ਕਿ ਜਦ ਤੱਕ ਇਹ ਕਾਰਪੋਰੇਟ ਦਾ ਪ੍ਰੋਫਿਟ ਨਹੀਂ ਵਧਣਗੇ ਤਾਂ ਰੈਵਨਿਊ ਨਹੀਂ ਆਏਗਾ ਇਹ ਸਾਨੂੰ ਇੱਕ ਨੈਰੇਟਿਵ ਬਣਾਇਆ ਗਿਆ ਹੈਗਾ ਬਟ ਆਈ ਥਿੰਕ ਇਹ ਦੱਸਦਾ ਹੈ ਕਿ ਅਗਰ 7.3 ਟ੍ਰਿਲੀਅਨ ਡਾਲਰ ਦੇ ਰਿਸੋਰਸਿਸ ਹਰ ਸਾਲ ਲੈ ਕੇ ਜਾ ਰਹੇ ਹੈਗੇ which includes water which includes your biodiversity which includes other ਨੈਚੁਰਲ ਰਿਸੋਰਸਿਸ ਆਲਸੋ ਉਹਨਾਂ ਦੇ ਨਾਲ ਜੋ ਤਬਾਹੀ ਹੋ ਰਹੀ ਹੈ ਪਲੈਨਟ ਦੀ ਉਹ ਸਾਨੂੰ ਇੱਕ ਤਰਫ ਦੇਖਣੀ ਹੈਗੀ ਹੈ ਦੈਨ ਯੂ ਹੈਵ ਟੂ ਵੇ ਵਾਟ ਇਜ਼ ਦੀ ਵੇ ਫਾਰਵਰਡ ਆਲ ਆਈ ਐਮ ਸਜੈਸਟਿੰਗ ਟੂ ਯੂ ਇਜ਼ ਲੇਡੀਜ਼ ਐਂਡ ਜੈਂਟਲਮੈਨ ਥੋੜ੍ਹਾ ਜਿਹਾ ਬਰੋਡਰ ਆਪਣਾ ਪਰਸਪੈਕਟਿਵ ਬਣਾਈਏ ਇਹ ਪਰਸਪੈਕਟਿਵ ਬਣਾਉਣਾ ਸਿਰਫ ਇੱਕ ਜਾਂ ਦੋ ਜਾਂ ਤਿੰਨ ਲੋਕਾਂ ਦਾ ਕੰਮ ਨਹੀਂ ਹੈ ਇਟ ਇਜ਼ ਫॉर all of us It is for all of us because when you enter into a negotiation or let's say when you go and meet a chief minister or when you go and meet a vice chancellor of a university you should be able to negotiate or talk at a level ਕਿ ਉਹਨਾਂ ਨੂੰ ਵੀ ਸਮਝ ਆਏ ਕਿ ਕਿਤੇ ਗੈਪ ਰਹਿ ਗਿਆ ਹੈਗਾ
ਐਂਡ ਇਨ देयर ਅੰਡਰਸਟੈਂਡਿੰਗ ਆਲਸੋ। ਇਹ ਨਾ ਸੋਚੀ ਕਿ ਸਾਰੇ ਵਿਜ਼ਡਮ ਤੋਂ ਭਰੇ ਹੁੰਦੇ ਹੈਗੇ ਆ, ਉਹ ਈਚ ਵਨ ਆਫ ਅਸ ਇਜ਼ ਲਰਨਿੰਗ ਐਟ ਐਵਰੀ ਸਟੇਜ। ਮੇਰਾ ਸਿਰਫ ਇਹ ਹੈ ਕਿ ਅਗਰ ਆਪਾਂ ਇਹ ਵੀ ਲਰਨਿੰਗ ਇੰਬਾਈਬ ਕਰ ਲਈ ਹੈ ਕਿ ਵੀ ਕੈਨ ਗੋ ਐਂਡ ਟੈਲ ਦੀ ਚੀਫ ਮਿਨਿਸਟਰ ਕਿ ਸਾਹਿਬ ਤੁਸੀਂ ਇੰਨਾ ਪ੍ਰੋਮਿਸ ਕੀਤਾ ਸੀਗਾ, ਤੁਹਾਡੇ ਅਗਲੇ ਦਿਨ ਆਉਣ ਤੋਂ ਬਾਅਦ ਅਸੀਂ ਦੇਖ ਲਿਆ ਕਿ ਪਾਣੀ ਨਾਲੇ ਦਾ ਕਿੰਨਾ ਗੰਦਾ ਹੋ ਗਿਆ ਸੀਗਾ, ਐਂਡ ਨਾਓ ਆਈ ਡੋਂਟ ਥਿੰਕ ਤੁਸੀਂ ਕਦੇ ਉਹਨੂੰ ਮਿਲ ਪਾਓਗੇ ਕਦੀ ਇਸ ਤਰੀਕੇ ਨਾਲ ਬੋਲਣ ਵਾਸਤੇ ਜਿਸ ਤਰ੍ਹਾਂ ਇੱਕ ਵਾਰ ਆ ਗਏ ਸੀਗੇ। ਬਟ ਅਗਰ ਤੁਸੀਂ ਪਬਲਿਕ ਪ੍ਰੈਸ਼ਰ ਵੀ ਬਿਲਡ ਅਪ ਕਰਦੇ ਰਹੋਗੇ, ਦੈਟ ਵਿਲ ਹੈਵ ਅ ਸੇ। ਤੁਸੀਂ ਪਬਲਿਕ ਪ੍ਰੈਸ਼ਰ ਜਿਹੜਾ ਹੈਗਾ ਉਹ ਕਦੇ ਨਹੀਂ ਛੱਡਣਾ ਹੈਗਾ। ਆਈ ਥਿੰਕ ਈਚ ਵਨ ਆਫ ਅਸ ਹੈ ਰਿਸਪੌਂਸਿਬਿਲਿਟੀ ਟੂ ਪਲੇ ਆਵਰ ਪਾਰਟ, ਕਿਤੇ ਵੀ ਹੋ ਤੁਸੀਂ, ਵੈਦਰ ਯੂ ਆਰ ਏ ਐਗਰੀਕਲਚਰ ਸਾਇੰਟਿਸਟ, ਵੈਦਰ ਯੂ ਆਰ ਏ ਬਿਊਰੋਕਰੈਟ, ਵੈਦਰ ਯੂ ਆਰ ਏ ਪ੍ਰੋਫੈਸਰ ਔਰ ਏ ਆਰਡੀਨਰੀ ਸਿਟੀਜ਼ਨ। ਆਈ ਥਿੰਕ ਤੁਹਾਡੇ ਕੋਲ ਹਰੇਕ ਕੋਲ ਅੱਜ ਕੱਲ੍ਹ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੀਡੀਆ ਤੁਹਾਡੀ ਗੱਲ ਨਹੀਂ ਕਰਦਾ। ਇੱਕ ਟਾਈਮ ਸੀਗਾ ਬਹੁਤ ਆਸਾਨੀ ਨਾਲ ਕਿਹਾ ਜਾਂਦਾ ਸੀਗਾ, ਆਈ ਟੇਕ 2 ਮਿੰਟਸ ਮੋਰ ਸਰ, ਇੱਕ ਟਾਈਮ ਤੇ ਬੜਾ ਆਸਾਨੀ ਨਾਲ ਕਿਹਾ ਜਾਂਦਾ ਸੀਗਾ ਸਾਹਿਬ ਕਿ ਮੀਡੀਆ ਜਿਹੜਾ ਹੈ ਕਾਰਪੋਰੇਟ ਮੀਡੀਆ ਸਾਡੀ ਗੱਲ ਨਹੀਂ ਕਰਦਾ। ਅੱਜ ਕੱਲ੍ਹ ਤਾਂ ਤੁਹਾਡੇ ਹੱਥ ਵਿੱਚ ਮੀਡੀਆ ਹੈਗਾ, ਤੁਹਾਡੇ ਹੱਥ ਵਿੱਚ ਸੋਸ਼ਲ ਮੀਡੀਆ ਹੈਗਾ, ਐਂਡ ਦੀ ਟ੍ਰੈਜਡੀ ਇਜ਼ ਕਿ ਵੀ ਸਟਿਲ ਡੋਂਟ ਯੂਜ਼ ਇਟ। ਅਸੀਂ ਫਿਰ ਵੀ ਹਾਲੇ ਕਾਰਪੋਰੇਟ ਮੀਡੀਆ ਨੂੰ ਬਲੇਮ ਕਰਦੇ ਹੈਗੇ ਆ। ਤੁਹਾਡੇ ਹੱਥ ਵਿੱਚ ਜਿਹੜਾ ਮੀਡੀਆ ਹੈਗਾ ਉਹਨੂੰ ਤੁਸੀਂ ਯੂਜ਼ ਹੀ ਨਹੀਂ ਕਰਦੇ। ਯੂਜ਼ ਕਰਦੇ ਹੋ ਤਾਂ ਫਿਰ ਤੁਸੀਂ ਉਹਨਾਂ ਚੀਜ਼ਾਂ ਵਾਸਤੇ ਕਰਦੇ ਹੋ ਜਿਹਦਾ ਕੋਈ ਮਤਲਬ ਨਹੀਂ ਹੈਗਾ, ਜਾਂ ਐਂਟਰਟੇਨਮੈਂਟ ਵਾਸਤੇ ਯੂਜ਼ ਕਰਦੇ ਹੈਗੇ ਆ। ਵਾਈ ਕਾਂਟ ਯੂ ਜਸਟ ਰਾਈਟ ਅਬਾਊਟ, ਅਗਰ ਅੱਜ ਵੀ ਤੁਸੀਂ ਵਾਪਿਸ ਜਾਓ ਇਸ ਕਾਨਫਰੰਸ ਦੇ ਉੱਪਰ ਜਾਂ ਜੋ ਵੀ ਆਪਣਾ ਐਫਰਟ ਹੋ ਰਿਹਾ ਹੈਗਾ ਉਹਦੇ ਉੱਪਰ 2-4 ਲਾਈਨਾਂ ਹੀ ਤੁਸੀਂ ਅਗਰ WhatsApp ਤੇ ਵੀ ਸ਼ੇਅਰ ਕਰਦੇ ਹੋ, ਵਾਟ ਇਜ਼ ਰੋਂਗ ਇਨ ਦੈਟ, ਪਰ ਨਹੀਂ ਕਰਦੇ। ਅਸੀਂ ਜਾਵਾਂਗੇ ਉਹਦੇ ਕੋਈ ਗਾਣਾ ਚੱਲ ਪਏਗਾ ਤੁਹਾਡੇ ਉੱਤੇ YouTube ਤੇ ਤੁਸੀਂ ਦੇਖਣਾ ਸ਼ੁਰੂ ਕਰ ਦਿਓਗੇ, ਐਂਡ ਤੁਸੀਂ ਕਦੀ ਇਹ ਨਹੀਂ ਕਰਦੇ ਕਿ ਵੀ ਤੁਹਾਡਾ ਵੀ ਇੱਕ ਮੈਸੇਜ ਜਿਹੜਾ ਹੈਗਾ ਲੋਕਾਂ ਕੋਲ ਜਾ ਸਕਦਾ ਹੈਗਾ। ਔਰ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਉਦਾਹਰਨ ਦੇ ਕੇ ਗੱਲ ਆਪਣੀ ਖਤਮ ਕਰਾਂਗਾ। ਇੱਕ ਮੈਂ ਕਿਸੇ ਕਾਨਫਰੰਸ ਵਿੱਚ ਇੱਕ ਗੱਲ ਕੀਤੀ ਸੀਗੀ ਔਨ ਅ ਟੈਲੀਵਿਜ਼ਨ। ਮੈਂ ਇਹ ਕਿਹਾ ਸੀਗਾ ਕਿ ਸਭ ਤੋਂ ਬੜੀ ਪ੍ਰੋਬਲਮ ਖੇਤੀ ਦੀ ਇਹ ਹੈਗੀ ਹੈ ਕਿ ਕਿਸਾਨ ਨੂੰ ਜਿਹੜਾ ਉਹਦਾ ਦਾਮ ਮਿਲਣਾ ਚਾਹੀਦਾ ਉਹ ਉਹਨੂੰ ਡਿਨਾਈ ਕੀਤਾ ਗਿਆ ਹੈ। ਐਂਡ ਆਈ ਗਿਵ ਯੂ ਦੈਟ ਇਲਸਟ੍ਰੇਸ਼ਨ ਅਗੇਨ ਐਂਡ ਦੈਨ ਆਈ ਵਾਈਂਡ ਅਪ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਉਸ ਗੱਲ ਦਾ ਕਿੰਨਾ ਮਤਲਬ ਹੁੰਦਾ ਜੋ ਆਪਾਂ ਗੱਲ ਕਰਦੇ ਹੈਗੇ। ਮੈਂ ਇੱਕ TV ਤੇ ਇਹ ਗੱਲ ਕਰਦੀ, ਕਿਸੇ ਨੇ ਉਹ ਕਲਿੱਪ ਕੱਟਿਆ, 5 ਮਿੰਟ ਦਾ ਕਲਿੱਪ ਸੀਗਾ, ਉਹਨੇ ਉਹ ਸ਼ੇਅਰ ਕਰਤਾ। ਮੈਂ ਹੈਰਾਨ ਹੋ ਗਿਆ ਕਿ ਕੁਛ ਦਿਨਾਂ ਬਾਅਦ ਉਹ ਮੇਰੇ ਕੋਲ, ਕੁਛ ਦਿਨਾਂ ਵਿੱਚ ਹੀ ਮੇਰੇ ਕੋਲ 30-40 ਵਾਰ ਤਾਂ ਮੇਰੇ ਕੋਲ ਹੀ ਆ ਗਿਆ ਉਹ ਮੇਰਾ ਹੀ ਕਲਿੱਪ, ਔਰ ਉਹ ਕਲਿੱਪ ਦੇ ਨਾਲ ਮੈਨੂੰ ਪਤਾ ਚੱਲਦਾ ਸੀ ਕਿੰਨਾ ਕੁ ਸਰਕੂਲੇਸ਼ਨ ਵਿੱਚ ਹੈਗਾ। ਦੈਨ ਅਲਟੀਮੇਟਲੀ ਆਈ ਫਾਊਂਡ ਆਊਟ ਕਿ ਉਹ ਇੱਕ ਸਟੇਜ ਆ ਗਈ, 2 ਸਾਲ ਹੋ ਗਏ ਉਸ ਕਲਿੱਪ ਨੂੰ ਚੱਲਦੇ ਹੋਏ। ਆਈ ਫਾਊਂਡ ਆਊਟ ਕਿ ਉਹ 45 ਮਿਲੀਅਨ ਪੀਪਲ ਹੈਡ ਸੀਨ ਇਟ। ਇੱਕ ਸਾਲ ਹੋਰ ਹੋ ਗਿਆ ਤਾਂ ਮੈਨੂੰ ਪਤਾ ਚੱਲਿਆ ਕਿ 75 ਮਿਲੀਅਨ ਪੀਪਲ ਹੈਵ ਸੀਨ ਇਟ। ਉਹਦੇ ਵਿੱਚ ਮੈਂ ਕੀ ਕਿਹਾ ਸੀਗਾ, ਮੈਂ ਸਿੰਪਲ ਜੀ ਗੱਲ ਇੱਕ ਬੋਲੀ ਸੀਗੀ ਕਿ ਕਿਸਾਨ ਨੂੰ 1970 ਵਿੱਚ ਕਣਕ ਦਾ ਜਿਹੜਾ ਭਾਅ ਮਿਲਿਆ ਸੀਗਾ ਉਹ 76 ਰੁਪੀਸ ਪਰ ਕੁਇੰਟਲ ਸੀਗਾ, ਔਰ 2015 ਵਿੱਚ ਜਦ ਉਹਦਾ ਅਸੀਂ 45 ਸਾਲ ਦਾ ਪੀਰੀਅਡ ਮੈਂ ਸਟੱਡੀ ਕੀਤਾ ਸੀਗਾ ਤਾਂ ਉਹਦੇ ਵਿੱਚ ਉਹਦੀ ਜਿਹੜਾ ਵੀਟ ਦਾ ਪ੍ਰਾਈਸ ਸੀਗਾ 1450 ਰੁਪਏ ਪ੍ਰਤੀ ਕੁਇੰਟਲ ਹੋ ਗਿਆ। ਇਹ 45 ਸਾਲ ਵਿੱਚ 19 ਗੁਣਾ ਦੀ ਬੜੋਤਰੀ ਹੋਈ ਸੀਗੀ। ਔਰ ਇसी ਪੀਰੀਅਡ ਵਿੱਚ ਆਈ ਟਰਾਈ ਟੂ ਵਰਕ ਆਊਟ ਕਿ ਬੇਸਿਕ ਪੇ ਔਰ DA, ਸਿਰਫ ਬੇਸਿਕ ਪੇ ਔਰ DA ਇੰਪਲੋਈਜ਼ ਦਾ ਕਿੰਨਾ ਬੜਿਆ ਹੈਗਾ। ਮੈਂ ਦੇਖਿਆ ਕਿ 120 ਤੋਂ 150 ਗੁਣਾ ਇੰਪਲੋਈਜ਼ ਦਾ ਬੇਸਿਕ ਪੇ ਔਰ DA बढ़ ਗਿਆ। ਫਿਰ ਮੈਂ ਦੇਖਿਆ ਕਿ ਕਾਲਜ ਦੇ ਪ੍ਰੋਫੈਸਰਾਂ ਦਾ ਲੈਕਚਰਰਸ ਦਾ ਕਿੰਨਾ बढ़ਿਆ ਹੈਗਾ, ਬਿਕੋਜ਼ ਵੀ ਹੈਵ ਟੂ ਸੀ ਇਨਕਮ ਪੈਰਿਟੀ, ਉਹਨਾਂ ਦਾ 150 ਤੋਂ 170 ਗੁਣਾ बढ़ ਗਿਆ ਇसी 45 ਸਾਲ ਦੇ ਪੀਰੀਅਡ ਵਿੱਚ। ਸਕੂਲ ਟੀਚਰਸ ਕਿਉਂਕਿ ਉਹਨਾਂ ਦੇ 1970 ਤਨਖਾਹ ਬਹੁਤ ਹੀ ਘੱਟ ਹੁੰਦੀ ਸੀਗੀ, ਉਹਨਾਂ ਦਾ 280 ਤੋਂ 320 ਗੁਣਾ बढ़ ਗਈ ਤਨਖਾਹ। ਕਿਸਾਨ ਦੀ 19 ਗੁਣਾ बढ़ी। I think the issue was not productivity, the issue was income. ਜੇ 19 ਗੁਣਾ ਹੀ ਪ੍ਰੋਡਕਟਿਵਿਟੀ ਸਾਡੇ ਇਨਕਮ ਸਾਡੇ ਤਿੰਨਾਂ ਸੈਕਸ਼ਨਾਂ ਦੀ ਜਿਹਨਾਂ ਦੀ ਮੈਂ ਗੱਲ ਕੀਤੀ ਹੈਗੀ ਬੜੀ ਹੁੰਦੀ, ਇਹਨਾਂ ਚੋਂ ਅੱਧੇ ਸੁਸਾਈਡ ਕਰ ਚੁੱਕੇ ਹੋਣੇ ਸੀਗੇ, ਅੱਧੇ ਨੌਕਰੀਆਂ ਛੱਡ ਚੁੱਕੇ ਹੋਣੇ ਸੀਗੇ। ਲੈਟਸ ਬੀ ਵੈਰੀ ਕਲੀਅਰ। ਸੋ ਅਸੀਂ ਜਾਣ ਬੂਝ ਕਰ ਖੇਤੀ ਨੂੰ ਖਤਮ ਕੀਤਾ ਹੈਗਾ। ਇਹ ਗੱਲ ਮੈਂ ਕਹੀ ਸੀਗੀ ਐਂਡ ਆਈ ਵਾਸ ਸੋ ਹੈਪੀ ਕਿ ਸਾਰੇ ਦੇਸ਼ ਤੋਂ ਫੋਨ ਆਣੇ ਔਰ ਫਿਰ ਸਾਰੇ ਤੁਹਾਨੂੰ ਇੰਨੇ ਸਾਰੇ ਮਿਲੀਅਨ ਵਿਊਅਰਸ ਹੋ ਗਏ। ਬਟ ਇੰਟਰਸਟਿੰਗਲੀ ਕੁਝ ਮਹੀਨੇ ਪਹਿਲੇ ਉਹਨਾਂ ਦੀ ਅੰਤ ਤੋਂ ਅਜੀਤ ਸਿੰਘ ਜਦ ਕ੍ਰਿਸ਼ੀ ਮੰਤਰੀ, ਤੁਹਾਨੂੰ ਯਾਦ ਹੋਗਾ ਇੱਕ ਟਾਈਮ ਤੇ ਹੁੰਦੇ ਸੀਗੇ, ਉਹਨਾਂ ਦਾ ਮੈਨੂੰ ਇੱਕ ਦਿਨ ਕਾਲ ਆਇਆ। ਮੈਨੂੰ ਕਹਿੰਦੇ देवेंद्र जी मैंने कल देखा आपका ये वीडियो। मैं कहा सर अच्छा आपने चलो देखा तो सही। कहते नहीं मुझे बहुत ही अच्छा लगा, मैं आपसे एक गुजारिश करनी है कि क्या ये जो डाटा आपने दिया है क्या मैं अपने पब्लिक लेक्चर में इसको लेके जा सकता हूँ। मैंने कहा सर जरूर लेके जाइए, मैंने तो वैसे ही पब्लिक में ये एक बात कही थी। बट द पॉइंट आई एम ट्राइंग टू मेक इज़ कि ये जो बात चाहे वो किसी भी लेवल पे कही गई हो, पर जो वो बहुत दूर तक वो ट्रैवल करती है अगर हम उस बात को अगर सोशल मीडिया का उपयोग करके हर आदमी अगर अपना रोल अदा करे तो अगर हम भी ये पानी के ऊपर भी कंटेमिनेशन के ऊपर जो आज हम डिस्कस कर रहे हैं, लेट अस एटलीस्ट स्टार्ट शेयरिंग अमंग अस आवरसेल्व्स। तुसीं देखो कि नैरेटिव बदलेगा। डोंट थिंक कि भाई तुहाडे करन नाल की होएगा। एंड फाइनली
एक कहावत सीगी किसी कहावत नहीं एक सवाल पूछा गया ਸੀ ਮੈਨੂੰ ਕਿਸੇ ਪਲੇਟਫਾਰਮ ਤੇ ਐਂਡ ਆਈ ਮਸਟ ਸ਼ੇਅਰ ਵਿਦ ਯੂ ਮੈਂ ਕਿ ਅਫਰੀਕਾ 'ਚ ਕਿਤੇ ਲੈਕਚਰ ਦੇ ਰਿਹਾ ਸੀਗਾ ਤਾਂ ਇੱਕ ਮਹਿਲਾ ਖੜੀ ਹੋਈ अफ्रीकन लेडी खड़ी हुई कहती है कि सर मैंने आपकी बातें तो मान ली पर मुझे ये बताओ कि मैं अकेली हूँ मैं अगर अकेली कर भी लूँगी तो उससे क्या होगा या उससे कोई असर पड़ेगा दैट वाज ए लोडेड क्वेश्चन तो एक लड़की होर खड़ी एक महिला उतों होर खड़ी होगी वो कहती है सर इसका जवाब मैं देना चाहती हूँ तो आई वॉज वेरी हैप्पी रिलैक्सड ऑल्सो क्योंकि डिफ़िकल्ट क्वेश्चन सीगा मेरे वास्ते वो कहती है जी अफ्रीका में एक कहावत है अफ्रीका में एक कहावत है कि जब आप रात को सो ना और आप ये सोचते हो कि आप कुछ नहीं कर सकते जब आप रात को सो तो कोशिश करो कि आपके कमरे में एक मच्छर रह जाए वो एक मच्छर आपका जीना हराम कर देता है रात को तो उसने कहावत ही कहती है कि क्या आप मच्छर से भी गए गुजरे आई थिंक द मैसेज इज़ वेरी क्लियर हम लोग सारे अपना अपना अगर ये योगदान दें तो आप मच्छरों को तो पीछे छोड़ेंगे ही लेकिन आप ह्यूमैनिटी को भी एक बहुत बड़ा एक मैसेज या चेंज के लिए एक अवसर देंगे मेरा सिर्फ आपसे एक ही रिक्वेस्ट है कि प्लीज़ 2 थिंग्स डोंट वरी अबाउट कि कौन किस बड़े आदमी ने ये बात कही है अगर आप सोचते हैं कि वो आदमी गलत किया गया है या उसकी उसमें अमेंडमेंट की ज़रूरत है या करेक्शन की ज़रूरत है प्लीज़ स्टैंड अप एंड से दैट डोंट वरी कि वो कौन से उसका नोबेल प्राइज़ उसको मिला था कि नहीं मिला था ये सब बातें मत छोड़ उसको देखिए स्टैंड अप एंड से दैट एंड सेकेंडली प्लीज़ आपके हाथ में जो मीडिया है उसका उपयोग करिए और आप अगर उस हाथ में जो मीडिया आपके है उसका उपयोग करते हैं तो मैं दावे से कह सकता हूँ कि जब हम अगली बार मिलेंगे तो सिचुएशन बहुत इम्प्रूव कर जाएगी सब लोगों को ये एहसास होगा उनका भी एक दायित्व है एक रोल है उन सब का इस रोल उसमें नज़र आएगा और आप देखेंगे जैसे कहा जाता है ना मल्टीप्लायर इफेक्ट वो मल्टीप्लायर इफेक्ट है जो चेंज को लाने में मजबूर करेगा